सारी संगत प्यार सहित उच्चारण करिए जी। सतनाम श्री वाहे गुरु जी। करो सारे कृपा। सतनाम श्री वाहे गुरु जी। बाबा फरीद साहब जी जो बख्शिश कर रहे ने, ਪਹਿਲਾਂ ਅਸੀਂ ਜਿਵੇਂ ਹਰ ਵਾਰੀ ਸ਼ਬਦ ਦੇ ਅੱਖਰੀ ਅਰਥ ਦੇਖਦੇ ਹਾਂ, ਉਸ ਤੋਂ ਬਾਅਦ ਫਿਰ ਉਹਦੀ ਵਿਆਖਿਆ ਨਾਲ ਆਪਾਂ ਜੁੜਦੇ ਹਾਂ। ਅੱਖਰੀ ਅਰਥ ਨੇ ਫਰੀਦਾ, ਥੀਓ, ਪਵਾਹੀ, ਦਬ। ਥੀਓ ਦਾ ਮਤਲਬ ਹੋ ਜਾ। ਪਵਾਹੀ, ਪਵਾਹੀ ਸ਼ਬਦ ਸਿੱਧਾ ਕਹਿ ਲਓ ਪਿਆ ਜਿਹਨੂੰ ਆਪਾਂ ਕਹਿੰਦੇ ਹਾਂ। ਪਿਆ ਸਾਨੂੰ ਸਮਝ ਆਉਂਦਾ ਨਾ, ਪਿਆ ਜਿੱਥੇ ਆਪਾਂ ਤੁਰਦੇ ਹਾਂ, ਪਟੜੀ ਕਹਿ ਲਓ, ਪਿਆ ਸ਼ਬਦ ਜਿਹੜਾ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਹੋ ਜਾ ਪਹੇ ਦੇ ਉੱਤੇ ਕੀ ਹੋਣਾ ਹੈ। ਫਰੀਦਾ ਥੀਓ ਪਵਾਹੀ, ਪਵਾਹੀ ਪਹਾ, ਪਿਆ ਜਿਹੜਾ ਹੈ। ਦਬ, ਦਬ ਜਿਹੜਾ ਇਹ ਮੇਰਾ ਖਿਆਲ ਸਿਆਣਿਆਂ ਨੂੰ ਤੇ ਬਜ਼ੁਰਗਾਂ ਨੂੰ ਤੇ ਸਭ ਨੂੰ ਪਤਾ ਲੱਗ ਗਿਆ, ਬੀਬੀਆਂ ਨੂੰ ਪਤਾ ਲੱਗ ਗਿਆ। ਉਹਨਾਂ ਜਿਹੜੇ ਬੱਚੇ ਹੈ ਉਹਨਾਂ ਨੂੰ ਨਹੀਂ ਪਤਾ ਹੋਣਾ ਵੀ ਦਬ ਕੀ ਹੁੰਦੀ ਹੈ। ਆਪਾਂ ਸਭ ਨੂੰ ਪਤਾ ਹੈ ਕਿ ਦਬ ਉਹ ਚੀਜ਼ ਹੈ ਜਿਹੜੀ ਸਾਧ ਸੰਗਤ ਜੀ ਪਹਿਲਾਂ ਵੱਢ ਕੇ ਲਿਆ ਕੇ ਪਿਆਂ ਉੱਤੇ ਸੁੱਟੀ ਜਾਂਦੀ ਹੈ, ਫਿਰ ਉਹਨੂੰ ਲਿਤੜਿਆ ਜਾਂਦਾ ਹੈ, ਫਿਰ ਉਹ ਨਰਮ ਹੋ ਜਾਂਦੀ ਹੈ, ਕੂਲੀ ਹੋ ਜਾਂਦੀ। ਉਹਦੇ ਬਾਅਦ ਵਿੱਚ ਉਹਨੂੰ ਇਉਂ ਕਹਿ ਲਓ ਸਫਾ ਵੀ ਬਣਾਈਆਂ ਜਾਂਦੀਆਂ, ਜਾਂ ਉਹਦਾ ਜਿਹੜਾ ਇਉਂ ਕਹਿ ਲਓ ਕਿ ਕੋਈ ਚੀਜ਼ ਬੰਨ੍ਹਣ ਵਾਸਤੇ ਖੱਬੜ ਵੀ ਵਟਿਆ ਜਾ ਸਕਦਾ, ਉਹਨੂੰ ਕਹਿੰਦੇ ਆ। ਬਾਬਾ ਫਰੀਦ ਸਾਹਿਬ ਜੋ ਕਹਿ ਰਹੇ ਨੇ, ਆਪਾਂ ਪਹਿਲਾਂ ਅੱਖਰੀ ਅਰਥ ਦੇਖੀਏ। ਫਰੀਦਾ ਥੀਹੋ ਪਵਾਹੀ ਦਬ, ਕਹਿੰਦੇ ਨੇ ਹੋ ਜਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਪਏ ਉੱਤੇ ਪਈ ਹੋਈ ਦਬ ਵਾਂਗ। ਫਰੀਦਾ ਥੀਓ ਪਵਾਹੀ ਦਬ, ਜੇ ਸਾਈਂ ਲੋੜੈ ਸਭ। ਜੇ ਤੂੰ ਸਾਈਂ ਨੂੰ ਚਾਹੁੰਦਾ ਹੈ ਨਾ, ਸਾਈਂ ਮਤਲਬ ਹੋ ਗਿਆ ਪਰਮਾਤਮਾ, ਵਾਹਿਗੁਰੂ, ਮਾਲਕ। ਸਭ ਦਾ ਮਤਲਬ ਹੋ ਗਿਆ ਸਾਰੀਆਂ ਜਗ੍ਹਾ ਤੇ। ਜਿਹਨੂੰ ਤੂੰ ਹਰ ਜਗ੍ਹਾ ਤੇ ਵੇਖਣਾ ਚਾਹੁੰਦਾ ਹੈ, ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਫਰੀਦਾ ਥੀਓ ਪਵਾਹੀ ਦਬ, ਜੇ ਸਾਈਂ ਲੋੜੈ ਸਭ। ਇੱਕ ਛਿਜੈ, ਛਿਜੇ ਮੈਨੇ ਹੁੰਦਾ ਵੱਢ ਕੇ ਲਿਆਉਣਾ, ਇੱਕ ਜਾਣਾ, ਇੱਕ ਵੱਢ ਕੇ ਲੈ ਕੇ ਆਉਂਦਾ। ਵਿਆਹ ਲਤਾੜੀਏ, ਵਿਆਹ ਮੈਨੇ ਹੁੰਦਾ ਦੂਜੇ ਜਾਣੇ, ਇੱਕ ਨੇ ਵੱਢ ਕੇ ਲਿਆਂਦਾ। ਦੇਖੋ ਬਾਬਾ ਫਰੀਦ ਸਾਹਿਬ ਦੇ ਸ਼ਬਦ, ਤੇ ਇਹਨਾਂ ਨੂੰ ਆਪਾਂ ਦੇਖਾਂਗੇ ਵੀ ਇਹਦੀ ਵਿਆਖਿਆ ਕੀ ਹੈ, ਇਹਦੇ 'ਚ ਕੀ ਕਹਿਣਾ ਚਾਹੁੰਦੇ ਬਾਬਾ ਫਰੀਦ ਸਾਹਿਬ ਜੀ। ਪਹਿਲਾਂ ਅਸੀਂ ਅੱਖਰੀ ਅਰਥ ਲੈ ਰਹੇ ਹਾਂ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇੱਕ ਵੱਢ ਕੇ ਲਿਆਇਆ, ਉਹਨੇ ਲਿਆ ਕੇ ਪਏ ਦੇ ਉੱਤੇ ਸੁੱਟ ਦਿੱਤੀ। ਇੱਕ ਛਿਜੈ ਵਿਆਹ ਲਤਾੜੀਏ, ਲਤਾੜੀਏ ਸਮਝ ਗਏ ਨਾ ਆਪਾਂ, ਲਿਤੜਨਾ ਉਸ ਨੂੰ। ਇੱਕ ਛਿਜੈ ਵਿਆਹ ਲਤਾੜੀਏ ਤਾਂ ਸਾਈਂ ਦਾ ਦਰ ਵਾੜੀਏ। ਜੇ ਤੂੰ ਸਾਈਂ ਦੇ ਦਰ ਉੱਤੇ ਕਬੂਲ ਹੋਣਾ ਚਾਹੁੰਦਾ ਹੈ ਨਾ, ਤੇ ਬਾਬਾ ਫਰੀਦ ਸਾਹਿਬ ਜੀ ਦਬ ਦੀ ਉਦਾਹਰਨ ਦੇ ਕੇ ਕਹਿੰਦੇ ਨੇ, ਇੱਕ ਨੇ ਦਬ ਨੂੰ ਵੱਢ ਕੇ ਲਿਆਂਦਾ, ਉਹਨੇ ਲਿਆ ਕੇ ਪਏ ਉੱਤੇ ਸੁੱਟ ਦਿੱਤਾ। ਪਏ ਉੱਤੋਂ ਲੰਘਣ ਵਾਲੇ ਜਿਹੜੇ ਲੋਕ ਸੀ ਉਸ ਨੂੰ ਲੰਘ ਲੰਘ ਕੇ ਲਿਤੜਦੇ ਰਹੇ। ਜਦੋਂ ਬਿਲਕੁਲ ਐ ਨਰਮ ਹੋ ਗਈ, ਫਿਰ ਉਸ ਨੂੰ ਚੁੱਕਿਆ ਤੇ ਉਹਦੀਆਂ ਸਫਾ ਬਣਾ ਲਈਆਂ, ਉਹਨੂੰ ਵਰਤੋਂ 'ਚ ਲੈ ਆਂਦਾ। ਇਹ ਸੀ ਪਹਿਲੇ ਜਿਹੜਾ ਅੱਜ ਦੀ ਲੜੀ ਵਿੱਚ ਪਹਿਲਾ ਸ਼ਲੋਕ। ਉਸ ਤਰ੍ਹਾਂ ਜਿਹੜਾ ਇਉਂ ਕਹਿ ਲਓ 16 ਨੰਬਰ। ਅਗਲਾ ਮੈਂ ਦੋ ਤਾਂ ਲੈ ਲਏ ਕਿਉਂਕਿ ਦੋਨਾਂ ਦੀ ਵਿਆਖਿਆ ਇੱਕੋ ਹੀ ਹੈ। ਦੂਸਰਾ ਹੈ ਫਰੀਦਾ ਖਾਕ ਨਾ ਨਿੰਦੀਏ। ਖਾਕ ਸਮਝ ਗਏ ਅਸੀਂ, ਮਿੱਟੀ, ਧਰਤੀ। ਫਰੀਦਾ ਖਾਕ ਨਾ ਨਿੰਦੀਏ, ਖਾਕੂ ਜੇੜ ਨਾ ਕੋਏ। ਇਸ ਧਰਤੀ ਵਰਗਾ, ਮਿੱਟੀ ਵਰਗਾ ਕੋਈ ਨਹੀਂ ਪਈ ਹੈ, ਇਸ ਕਰਕੇ ਤੂੰ ਇਸ ਮਿੱਟੀ ਦੀ, ਧਰਤੀ ਦੀ ਨਿੰਦਿਆ ਨਾ ਕਰ। ਇਹ ਸਿਰਫ ਅੱਖਰੀ ਅਰਥ ਨੇ। ਆਪਾਂ ਵਿਆਖਿਆ ਜਦੋਂ ਕਰਾਂਗੇ ਫਿਰ ਦੇਖਾਂਗੇ ਕਿਹੜੀ ਧਰਤੀ, ਕਿਹਦੀ ਨਿੰਦਿਆ, ਉਹ ਅਗਲੀ ਗੱਲ ਬਾਅਦ ਵਿੱਚ। ਸਿਰਫ ਅੱਖਰੀ ਅਰਥ ਪਹਿਲਾਂ। ਬਾਬਾ ਫਰੀਦ ਸਾਹਿਬ ਜੀ ਕਹਿ ਰਹੇ ਨੇ ਫਰੀਦਾ ਖਾਕ ਨਾ ਨਿੰਦੀਏ, ਖਾਕੂ ਜੇੜ ਨਾ ਕੋਏ। ਜੀਵਦਿਆਂ ਪੈਰਾਂ ਤਲੇ, ਜਿਉਂਦਿਆਂ ਪੈਰਾਂ ਥੱਲੇ ਹੁੰਦੀ ਹੈ ਮਿੱਟੀ ਜਿਹੜੀ ਹੈ। ਇਹ ਖਾਕ ਜਿਉਂਦਿਆਂ ਪੈਰਾਂ ਥੱਲੇ ਹੁੰਦੀ ਹੈ, ਮੋਇਆਂ ਉੱਪਰ ਹੋਏ। ਜਦੋਂ ਬੰਦਾ ਮਰ ਗਿਆ, ਫਿਰ ਇਹ ਜਿਹੜੀ ਖਾਕ ਹੈ, ਮਿੱਟੀ ਹੈ, ਬੰਦੇ ਉੱਤੇ ਆ ਜਾਂਦੀ, ਉਸ ਨੂੰ ਢੱਕ ਲੈਂਦੀ ਹੈ। ਜਿਉਂਦਿਆਂ ਪੈਰਾਂ ਥੱਲੇ ਹੈ, ਮਰਨ ਤੋਂ ਬਾਅਦ ਉਹਨੂੰ ਉੱਪਰੋਂ ਢੱਕ ਲਿਆ। ਇਹ ਸੀ ਅੱਖਰੀ ਅਰਥ। ਹੁਣ ਜਦੋਂ ਇਹਦੀ ਵਿਆਖਿਆ ਨੂੰ ਦੇਖਦੇ ਹਾਂ ਵੀ ਬਾਬਾ ਫਰੀਦ ਸਾਹਿਬ ਇੱਕ ਤਾਂ ਦਬ ਦੀ ਗੱਲ ਕਰਦੇ ਹੈ, ਦੂਸਰੀ ਮਿੱਟੀ ਦੀ ਗੱਲ ਕਰਦੇ, ਇਹਦੇ 'ਚ ਸਾਨੂੰ ਕੀ ਕਹਿਣਾ ਚਾਹੁੰਦੇ ਹੈ, ਇਹ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦੇਖਾਂਗੇ। ਜਿੰਨੀ ਕੁ ਮਾਲਕ ਵਾਹਿਗੁਰੂ ਨੇ ਸੋਝੀ ਬਖਸ਼ਿਸ਼ ਕੀਤੀ ਹੈ ਸ਼ਬਦ ਨੂੰ ਸਮਝਣ ਲਈ, ਇਹਦੇ 'ਚ ਬਾਬਾ ਫਰੀਦ ਸਾਹਿਬ ਅਸਲ ਵਿੱਚ ਇਹ ਕਹਿਣਾ ਚਾਹੁੰਦੇ ਹੈ, ਹੇ ਮਨੁੱਖ ਦੇਖ, ਤੂੰ ਜੇ ਪ੍ਰਭੂ ਦੇ ਦਰ ਉੱਤੇ ਤੂੰ ਕਬੂਲ ਹੋਣਾ ਹੈ, ਉਹਦੇ ਵਾਸਤੇ ਤੈਨੂੰ ਇੱਕ ਕੰਮ ਕਰਨਾ ਪੈਣਾ ਕਿ ਅੰਦਰ ਦੀ ਆਹੰਗ, ਹਉਮੈ, ਅਹੰਕਾਰ, ਇਹਨੂੰ ਤੈਨੂੰ ਤਿਆਗਣਾ ਪੈਣਾ, ਛੱਡਣਾ ਪੈਣਾ, ਸਭ ਦੀ ਖਾਕ ਹੋਣਾ ਪੈਣਾ ਜੇ ਤੂੰ ਪ੍ਰਭੂ ਦੇ ਦਰ ਉੱਤੇ ਕਬੂਲ ਹੋਣਾ। ਇਹ ਇਹਦੀ ਹੋ ਗਈ ਭਾਵ ਅਰਥ ਵਿਆਖਿਆ, ਜਿਹਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਦੇਖਾਂਗੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਤੁਸੀਂ ਦੇਖਦੇ ਹਨ ਤੇ ਸਤਿਗੁਰੂ ਮਹਾਰਾਜ ਦਾ ਬਚਨ ਹੁੰਦਾ ਹੈ
ਕਿ ਜਬ ਇਹ ਹੁਆ ਸਗਲ ਕੀ ਰੀਨਾ, ਰੀਨਾ ਮਤਲਬ ਵੀ ਜਿਹੜਾ ਖਾਕ ਨੂੰ ਕਹਿੰਦੇ ਆ, ਮਿੱਟੀ ਨੂੰ ਕਹਿੰਦੇ ਆ। ਜਬ ਇਹ ਹੁਆ ਸਗਲ ਕੀ ਰੀਨਾ, ਤਾਂ ਤੇ ਰਮਈਆ ਘਟ ਘਟ ਚੀਨਾ, ਤਾਂ ਤੇ ਤਦੋਂ ਰਮਈਆ ਰਮਿਆ ਹੋਇਆ ਘਟ ਘਟ ਸਭ ਦੇ ਵਿੱਚ ਚੀਨਾ ਮੈਨੇ ਜਾਣਨਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਦੋਂ ਤੱਕ ਮਨੁੱਖ ਦੇ ਅੰਦਰ ਅਹੰਕਾਰ ਹੈ, ਇੰਨੀ ਦੇਰ ਤੱਕ ਪਰਮਾਤਮਾ ਦੇ ਨੇੜੇ ਨਹੀਂ ਹੋ ਸਕਦਾ। ਸੁਖਮਨੀ ਸਾਹਿਬ 'ਚ ਆਪਾਂ ਰੋਜ਼ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਨੇ ਜਾਂ ਕਾ ਮਨ ਹੋਏ ਸਗਲ ਕੀ ਰੀਨਾ, ਤਾਂ ਤੇ ਘਟ ਘਟ, ਮਹਾਰਾਜ ਕਹਿੰਦੇ ਨੇ ਉਹ ਸਭ 'ਚ ਵੇਖਿਆ ਜਾਂਦਾ। ਜਾਂ ਕਾ ਮਨ ਹੋਏ ਸਗਲ ਕੀ ਰੀਨਾ, ਹਰ ਹਰ ਨਾਮ ਤਿੰਨ ਘਟ ਘਟ ਚੀਨਾ। ਇਹਦਾ ਮਤਲਬ ਹੋ ਗਿਆ ਸਤਿਗੁਰੂ ਮਹਾਰਾਜ ਜੀ ਕਹਿ ਰਹੇ ਨੇ ਕਿ ਰੀਨਾ ਹੋਣਾ, ਰੇਣਕਾ ਹੋਣਾ, ਮਿੱਟੀ ਹੋਣਾ, ਧੂੜ ਹੋਣਾ। ਹੁਣ ਇਸ ਨੂੰ ਸਮਝਣ ਲਈ ਇੱਕ ਭਗਤ ਕਬੀਰ ਸਾਹਿਬ ਦੇ ਸ਼ਲੋਕਾਂ 'ਚ 4 ਉਦਾਹਰਨਾਂ ਮੈਨੂੰ ਬੜੀਆਂ ਪਿਆਰੀਆਂ ਲੱਗੀਆਂ ਸ਼ਬਦ ਦੀ ਵਿਆਖਿਆ ਕਰਨ ਵਾਸਤੇ, ਔਰ ਇਸ ਸ਼ਬਦ ਨੂੰ ਖੋਲ ਦੇਣਗੀਆਂ ਬਾਬਾ ਫਰੀਦ ਸਾਹਿਬ ਦੀਆਂ ਉਹ 4 ਤੁਕਾਂ ਜਿਹੜੀਆਂ ਨੇ। ਉਹਨਾਂ ਦੇ ਸ਼ਲੋਕਾਂ, ਜਦੋਂ ਅਸੀਂ ਸ਼ਲੋਕ ਪੜ੍ਹਦੇ ਉਹਨਾਂ 'ਚ ਬਚਨ ਆਉਂਦਾ ਹੈ, ਕਿਉਂਕਿ ਹੁਣ ਆਪਣੀ ਵਿਆਖਿਆ ਤੁਰਨ ਲੱਗੀ ਹੈ। ਪਹਿਲਾਂ ਅਸੀਂ ਅੱਖਰੀ ਅਰਥ ਕੀਤੇ ਨੇ, ਹੁਣ ਉਸ ਸ਼ਬਦ ਦੀ ਵਿਆਖਿਆ ਨਾਲ ਆਪਾਂ ਜੁੜਨ ਲੱਗੇ ਹਾਂ ਕਿ ਕਿਹੜੀ ਬਾਬਾ ਫਰੀਦ ਸਾਹਿਬ ਦੱਬ ਦੀ ਗੱਲ ਕਰਦੇ ਆ, ਧਰਤੀ ਨੂੰ ਨਿੰਦਣ ਦੀ ਕੀ ਗੱਲ ਕਰ ਰਹੇ ਨੇ, ਉਹਨੂੰ ਅਸੀਂ ਹੁਣ ਅੱਗੇ ਬਾਣੀ 'ਚੋਂ ਦੇਖਣ ਲੱਗੇ ਹਾਂ। ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਨੂੰ ਜਦੋਂ ਅਸੀਂ ਪੜ੍ਹਦੇ ਉਹਨਾਂ ਵਿੱਚ ਬਚਨ ਆਉਂਦਾ ਹੈ, ਕਬੀਰ ਰੋੜਾ ਹੋਏ ਰਹੋ ਬਾਟਕਾ। ਧਿਆਨ ਰੱਖਿਓ ਉਹ ਇਹਨਾਂ ਤੁਕਾਂ ਵੱਲੇ ਕਿ ਫਰੀਦਾ ਥੀਓ ਪਵਾਹੀ ਦੱਬ ਜੇ ਸਾਈਂ ਲੋੜੈ, ਸਭ ਇੱਕ ਛਿਜੈ ਵਿਆਹ ਲਤਾੜੀਏ ਤਾਂ ਸਾਈਂ ਦੇ ਦਰ ਵਾੜੀਏ। ਫਰੀਦਾ ਖਾਕ ਨ ਨਿੰਦੀਏ ਖਾਕੂ ਜੇੜ ਨਾ ਕੋਏ, ਜੀਵਦਿਆਂ ਪੈਰਾਂ ਤਲੇ ਮੋਇਆਂ ਉੱਪਰ। ਇਹ 2 ਸ਼ਲੋਕ ਨੇ, ਇਹਦੀ ਵਿਆਖਿਆ ਆਪਾਂ ਹੁਣ ਕਰਨ ਲੱਗੇ ਹਾਂ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਰੋੜਾ ਹੋਏ ਰਹੋ ਬਾਟਕਾ, ਬਾਬਾ ਫਰੀਦ ਸਾਹਿਬ ਕਹਿੰਦੇ ਥੀਓ ਪਵਾਹੀ ਦੱਬ ਬਣ ਜਾ। ਵੇਖੋ ਸ਼ਬਦ ਜਦੋਂ ਬਿਲਕੁਲ ਮੇਲ ਖਾਂਦੇ ਨੇ। ਬਾਬਾ ਫਰੀਦ ਸਾਹਿਬ ਕਹਿੰਦੇ ਪਏ ਤੇ ਪਈ ਦੱਬ ਬਣ ਜਾ, ਕਬੀਰ ਸਾਹਿਬ ਕਹਿੰਦੇ ਪਏ ਤੇ ਪਿਆ ਰੋੜਾ ਬਣ ਜਾ। ਕਬੀਰ ਰੋੜਾ ਹੋਏ ਰਹੋ ਬਾਟਕਾ, ਤਜ ਮਨ ਕਾ ਅਭਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਭਗਤ ਕਬੀਰ ਸਾਹਿਬ ਜੀ ਕਹਿੰਦੇ ਤੂੰ ਰੋੜਾ ਬਣ ਜਾ, ਪਏ ਉੱਤੇ ਪਿਆ ਹੋਇਆ ਰੋੜਾ ਬਣ। ਇਹਦਾ ਮਤਲਬ ਹੋ ਗਿਆ ਕਿ ਆਪਣੇ ਅੰਦਰੋਂ ਅਹੰਕਾਰ ਛੱਡ। ਪਰ ਜਦੋਂ ਭਗਤ ਕਬੀਰ ਸਾਹਿਬ ਜੀ ਬਿਲਕੁਲ ਨੇੜੇ ਹੋ ਕੇ ਦੇਖਦੇ ਨੇ, ਕਹਿੰਦੇ ਨਹੀਂ, ਰੋੜਾ ਬਣਨਾ ਵੀ ਅਜੇ ਅਧੂਰਾਪਣ ਹੈ, ਇਹ ਵੀ ਪਰਮਾਤਮਾ ਦੇ ਦਰ 'ਚ ਕਬੂਲ ਨਹੀਂ ਹੋਇਆ ਜਾ ਸਕਦਾ। ਕਬੀਰ ਰੋੜਾ ਹੋਏ ਰਹੋ ਬਾਟਕਾ, ਤਜ ਮਨ ਕਾ ਅਭਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਅਗਲੀ ਤੁਕ ਵਿੱਚ ਕਹਿੰਦੇ ਕਬੀਰ ਰੋੜਾ ਹੁਆ ਤੋ ਕਿਆ ਭਇਆ, ਪੰਥੀ ਕੋ ਦੁੱਖ ਦੇ। ਵੀ ਰੋੜਾ ਬਣ ਕੇ ਵੀ ਗੱਲ ਨਹੀਂ ਬਣਨੀ, ਤੂੰ ਨਿੱਕੀ ਜੀ ਢੀਮ ਤਾਂ ਬਣ ਗਿਆ, ਰੋੜਾ ਤਾਂ ਬਣ ਗਿਆ ਹੈ, ਪਰ ਪੰਥੀ ਦਾ ਮਤਲਬ ਹੁੰਦਾ ਰਸਤੇ ਤੇ ਤੁਰਨ ਵਾਲਾ, ਪਏ ਤੇ ਜਾਣ ਵਾਲਾ। ਉਹਨੂੰ ਤੂੰ ਜਦੋਂ, ਜੇ ਤਾਂ ਉਹਦੇ ਪੈਰਾਂ ਵਿੱਚ ਜੋੜਾ ਹੈ, ਜੁੱਤੀ ਉਹਨੇ ਪਾਈ ਹੈ, ਫਿਰ ਤਾਂ ਠੀਕ ਹੈ ਵੀ ਰੋਡੇ ਦੇ ਉੱਤੋਂ ਦੀ ਰੱਖ ਕੇ ਪੈਰ ਨਿਕਲ ਗਿਆ ਅੱਗੇ। ਪਰ ਜਿਹਦੇ ਪੈਰਾਂ 'ਚ ਜੋੜਾ ਨਹੀਂ ਹੈ, ਜਿਹੜਾ ਨੰਗੇ ਪੈਰੀ ਹੈ, ਉਹ ਬੰਦਾ ਜਦੋਂ ਤੁਰੇਗਾ ਉਹਦੇ ਪੈਰ ਵਿੱਚ ਰੋੜਾ ਵੱਜੇਗਾ। ਕਬੀਰ ਸਾਹਿਬ ਕਹਿੰਦੇ ਤੂੰ ਦੁੱਖ ਦੇਂਗਾ ਜੀ। ਗੱਲ ਵੈਸੇ ਇਹ ਵੀ ਸਾਰੀ ਮਨੁੱਖ ਦੀ ਅੰਦਰ ਦੀ ਅਵਸਥਾ ਦੀ ਚੱਲਦੀ ਪਈ ਹੈ, ਸਿਰਫ ਬਾਹਰੀ ਉਦਾਹਰਨਾਂ ਨੇ। ਬੰਦਾ ਕਈ ਵਾਰ ਕੀ ਕਹਿੰਦਾ ਜੀ ਅਸੀਂ ਤਾਂ ਸਭ ਦੀ ਧੂੜ ਆ ਜੀ, ਐਉਂ ਸ਼ਬਦ ਬਣਾਉਣਗੇ, ਅਸੀਂ ਤਾਂ ਧੂੜ ਆ ਜੀ ਤੁਹਾਡੀ। ਮੈਨੂੰ ਚੇਤਾ ਆ ਗਿਆ ਮਸਕੀਨ ਸਾਹਿਬ ਦੀ ਕਥਾ ਦੇ ਵਿੱਚੋਂ। ਮਸਕੀਨ ਸਾਹਿਬ ਦਿੱਲੀ ਸੀਸਗੰਜ ਗੁਰਦੁਆਰਾ ਸਾਹਿਬ ਕਥਾ ਕਰ ਰਹੇ ਸਨ। ਉਹ ਆਪਣੀ ਕਥਾ 'ਚ ਖੁਦ ਕਹਿ ਰਹੇ ਨੇ, ਕਹਿੰਦੇ ਮੈਂ ਦਿੱਲੀ ਸੀਸਗੰਜ ਸਾਹਿਬ ਕਥਾ ਕਰਦਾ ਸੀ ਰੋਜ਼, ਤੇ ਜਦੋਂ ਮੈਂ ਕਥਾ ਕਰਕੇ ਜਾਣਾ ਤੇ ਆਉਣਾ ਤੇ ਆਪਣਾ ਉੱਥੇ ਕਹਿੰਦੇ ਨੇ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਨਾ ਇੱਕ ਵਿਅਕਤੀ ਬੈਠਾ ਹੁੰਦਾ ਸੀ, ਤੇ ਉਹਨੇ ਜਿਹੜਾ ਵੀ ਆਉਣਾ ਜਾਣਾ ਉਹਨੂੰ ਕਹਿਣਾ ਅਸੀਂ ਤੁਹਾਡੀ ਧੂੜ ਆ ਜੀ, ਅਸੀਂ ਤੁਹਾਡੇ ਚਰਨਾਂ ਦੀ ਧੂੜ ਆ, ਐਉਂ ਉਹਨੇ ਕਰਦੇ ਰਹਿਣਾ। ਤੇ ਮਸਕੀਨ ਸਾਹਿਬ, ਹੁਣ ਤੁਹਾਨੂੰ ਪਤਾ ਉਹ ਉਹਨਾਂ ਦੀ ਅਵਸਥਾ, ਮਾਲਕ ਦੀ ਕਿਰਪਾ, ਉਹ ਕਹਿੰਦੇ ਮੈਂ ਨਾਲਦਿਆਂ ਨੂੰ ਆਖਿਆ ਜੋ ਕੁਝ ਕਰਦਾ ਪਿਆ ਅਸਲ 'ਚ ਹੈ ਨਹੀਂ ਜੇ, ਕੱਲ ਨੂੰ ਤੁਹਾਨੂੰ ਵਿਖਾਵਾਂਗਾ। ਉਹ ਸੱਚਮੁੱਚ ਹੀ ਜਦੋਂ ਮਸਕੀਨ ਸਾਹਿਬ ਕਹਿੰਦੇ ਇਦਾਂ ਉਹਨੇ ਕਿਹਾ, ਮੈਂ ਕਹਿੰਦੇ ਲਾਗੇ ਹੋ ਕੇ ਉਹਦੇ ਆਖਿਆ ਨਾ, ਮੈਂ ਕਿਹਾ ਵਾਹ ਜੀ ਵਾਹ, ਤੁਸੀਂ ਸੱਚਮੁੱਚ ਹੀ ਚਰਨਾਂ ਦੀ ਧੂੜ ਜੇ, ਤੁਹਾਡੀ ਦੀ ਤਰਨ ਧੂੜੀ ਲੈਣੀ ਚਾਹੀਦੀ ਹੈ। ਕਹਿੰਦੇ ਅਗਲੇ ਦਿਨ ਉਹ ਉੱਥੋਂ ਉੱਠ ਕੇ ਚਲਿਆ ਗਿਆ। ਸਿਰਫ ਇੰਨੀ ਗੱਲ ਕਹਿਣ ਤੇ ਵੀ ਇਹਨੇ ਮੈਨੂੰ ਮਖੌਲ ਕੀਤਾ ਹੈ। ਮਸਕੀਨ ਸਾਹਿਬ ਕਹਿੰਦੇ ਮੈਂ ਕਿਹਾ ਤੂੰ ਚਰਨਾਂ ਦੀ ਨਹੀਂ, ਤੂੰ ਸਿਰ ਦੀ ਖਾ ਕੇ ਆ, ਚਰਨਾਂ ਦੀ ਧੂੜ ਜੇ ਹੁੰਦਾ ਤੇ ਫਿਰ ਇੰਨੀ ਗੱਲ ਦਾ ਤੂੰ ਗਿਲਾ ਕਿਉਂ ਕਰਦਾ, ਤੂੰ ਸਿਰ ਦੀ ਖਾਕ ਹੈ, ਚਰਨਾਂ ਦੀ ਧੂੜ ਨਹੀਂ। ਤੇ ਸੱਚ ਜਾਣਿਓ, ਜਿਹੜੇ ਬੰਦੇ ਇਸ ਤਰ੍ਹਾਂ ਬਾਹਰੋਂ ਕਰਦੇ ਨੇ ਨਾ, ਇਹਨਾਂ ਬੰਦਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕਪਟੀ ਕਿਹਾ ਹੈ। ਮੇਰੀ ਬੇਨਤੀ ਸੁਣਿਓ ਜੇ, ਮਹਾਰਾਜ ਕਪਟੀ ਕਹਿੰਦੇ ਉਹਨਾਂ ਨੂੰ। ਮਹਾਰਾਜ ਕਹਿੰਦੇ ਕਪਟ ਹੈ, ਅੰਦਰੋਂ ਇਉਂ ਕਹੀ ਜਾਣਾ। ਤੁਸੀਂ ਤੁਹਾਨੂੰ ਬਹੁਤ ਬੰਦੇ ਐਸੇ ਮਿਲਣਗੇ। ਇੱਕ ਗੱਲ ਮੇਰੀ ਖਿਮਾ ਕਰਕੇ ਤੁਹਾਡੇ ਤੋਂ ਮੈਂ ਮੰਗ ਕੇ ਕਹਿ ਲਵਾਂ,
ਜਿਹੜਾ ਬੰਦਾ ਮੂੰਹ ਦਾ ਥੋੜਾ ਜਿਹਾ ਬੜਬੋਲਾ ਹੋਏਗਾ ਨਾ, ਲੱਗਦਾ ਤੇ ਉਹ ਕੌੜਾ ਜ਼ਰੂਰ ਹੈ, ਕਿਉਂਕਿ ਉਹਦੇ ਨਾਲ ਛੇਤੀ ਲੋਕਾਂ ਦੀ ਸਾਂਝ ਨਹੀਂ ਬਣਦੀ। ਉਹ ਪਾਸੇ ਆਸੇ ਰਹਿੰਦਾ, ਉਹਦੀ ਬਹੁਤੀ ਲੋਕਾਂ ਨਾਲ ਮੇਲ ਮਿਲਾਪ ਘੱਟ ਹੀ ਰਹਿੰਦਾ ਹੈ। ਕਿਉਂ? ਕਿਉਂਕਿ ਉਹਦੀ ਜਿਹੜੀ ਗੱਲ ਆਈ ਉਹਨੇ ਫੱਟ ਕਹਿ ਦੇਣੀ ਹੈ। ਪਰ ਬਾਅਦ ਵਿੱਚ ਬੰਦੇ ਕਹਿੰਦੇ ਜਦੋਂ ਚਲੋ ਹੈ ਤੇ ਚੰਗਾ, ਅੰਦਰ ਕਪਟ ਤਾਂ ਨਹੀਂ ਰੱਖਦਾ, ਇਤਨੇ ਵੀ ਅੰਦਰੋਂ ਕੁਝ ਕਹਿੰਦਾ ਤੇ ਬਾਹਰੋਂ ਕੋਈ, ਚੱਲ ਕੋਈ ਨਹੀਂ ਜੇ ਕਹਿ ਗਿਆ ਤੇ। ਜਿਹੜੇ ਬੰਦੇ ਬਾਹਰੋਂ ਤੁਹਾਨੂੰ ਇਹ ਝੁਕ ਝੁਕ ਕੇ ਲਿਵ ਲੈ ਕੇ ਕਹਿਣਗੇ ਨਾ ਅਸੀਂ ਤੇ ਧੂੜ ਆ ਜੀ, ਉਹ ਇੰਨੀ ਅੰਦਰ ਕਪਟਤਾ ਰੱਖਦੇ ਨੇ, ਮੌਕਾ ਆਉਣ ਤੇ ਫਿਰ ਪਤਾ ਲੱਗਦਾ ਵੀ ਧੂੜ ਸੀ ਕਿ ਸਿਰ ਦੀ ਖਾਕ ਸੀ। ਜਿਹੜਾ ਬਟਰ ਹੁੰਦਾ ਨਾ, ਬਟਰ, ਮੈਂ ਆਪਣੀ ਵਿਆਖਿਆ ਨਾਲ ਹੀ ਸਿਰਫ ਬਾਹਰ ਨਹੀਂ ਜਾ ਰਿਹਾ ਵਿਆਖਿਆ ਤੋਂ, ਜਿਹੜਾ ਬਟਰ ਆਪਾਂ ਬ੍ਰੈਡ ਨੂੰ ਲਾਉਨੇ ਆ ਨਾ, ਬ੍ਰੈਡਾਂ ਉੱਤੇ ਬਟਰ ਲਾਈਦਾ, ਉਹਨੂੰ ਦੋ ਤਰੀਕੇ ਹੁੰਦੇ ਲਾਉਣ ਦੇ। ਇੱਕ ਤਾਂ ਚਮਚੇ ਨਾਲ ਲਾਈਦਾ ਤੇ ਦੂਸਰਾ ਕਰਦ ਨਾਲ ਲਾਈਦਾ, ਛੁਰੀ ਨਾਲ। ਦੋ ਹੀ ਤਰੀਕੇ ਨੇ ਨਾ, ਜਾਂ ਤੇ ਚਮਚੇ ਨਾਲ ਲਾ ਲਈਦਾ ਤੇ ਜਾਂ ਫਿਰ ਕਰਦ ਨਾਲ ਲਾਈਦਾ। ਦੋ ਤਰ੍ਹਾਂ ਹੀ ਬੰਦਾ ਜਾਂ ਤੇ ਚਮਚਾਗਿਰੀ ਕਰੇਗਾ ਮਤਲਬ ਕੱਢਣ ਵਾਸਤੇ, ਤੇ ਜਾਂ ਫਿਰ ਪਿੱਠ 'ਚ ਛੁਰਾ ਮਾਰੇਗਾ। ਗੱਲਾਂ ਤੇ ਦੋ ਹੀ ਨੇ, ਤੀਜੀ ਤੇ ਹੈ ਹੀ ਕੋਈ ਨਹੀਂ। ਮਹਾਰਾਜ ਨੇ ਗੁਰੂ ਗ੍ਰੰਥ, ਮੈਂ ਕੋਲੋਂ ਨਹੀਂ ਕੁਝ ਵੀ ਕਹਿਣ ਲੱਗਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਹੀ ਗੱਲ ਆਪਣੀ ਚੱਲ ਰਹੀ, ਰੋੜਾ ਹੋਏ ਰੋ ਬਾਟ ਕੇ ਤੇ ਆਪਾਂ ਰੁਕੇ ਹੋਏ ਆ, ਉਹਦੀ ਵਿਆਖਿਆ ਨਾਲ ਹੀ ਆਪਾਂ ਜੁੜਨਾ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਚਨ ਆਉਂਦਾ ਹੈ, ਮਹਾਰਾਜ, ਇਹ ਸਹਿਸਕ੍ਰਿਤ ਦਾ ਬਚਨ ਜੇ, ਗੁਰੂ ਅਰਜਨ ਦੇਵ ਜੀ ਦਾ। ਮਹਾਰਾਜ ਕਹਿੰਦੇ ਨੇ, ਸਿਆਮਲੰਗ ਮਦਰ ਮਨੁੱਖਿਅੰ। ਸਿਆਮਲੰਗ ਦਾ ਮਤਲਬ ਹੁੰਦਾ ਸੋਹਣਾ, ਸਿਆਣਾ, ਬੜਾ ਸੁਨੱਖਾ। ਮਦਰ, ਮਦਰ ਮੈਨੇ ਬੋਲੀ ਬੜੀ ਮਿੱਠੀ। ਸਿਆਮਲੰਗ ਮਦਰ ਮਨੁੱਖਿਅੰ। ਮਹਾਰਾਜ ਕਹਿੰਦੇ ਬੜਾ ਸਿਆਣਾ, ਬੜਾ ਸੋਹਣਾ, ਬੜੀ ਬੋਲੀ ਮਿੱਠੀ ਹੈ। ਪਰ ਗੁਰੂ ਅਰਜਨ ਦੇਵ ਜੀ ਕਹਿੰਦੇ ਹਿਰਦੈ ਭੂਮ, ਅੰਦਰਲੀ ਧਰਤੀ 'ਚ ਹਿਰਦੈ ਭੂਮ ਵੈਰ ਨੇ। ਅੰਦਰਲੀ ਧਰਤੀ 'ਚ ਵੈਰ ਲੈ ਕੇ ਬੈਠਾ ਹੋਇਆ, ਕਪਟ ਲੈ ਕੇ ਬੈਠਾ ਹੋਇਆ ਹੈ। ਤੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਨਿਵੰਤ ਹੋਵੰਤ ਮਿਥਿਆ। ਨਿਵੰਤ ਦਾ ਮਤਲਬ ਹੁੰਦਾ ਨਿਮਣਾ, ਨਿਵੰਤ ਹੋਵੰਤ ਮਿਥਿਆ। ਉਹਦਾ ਨਿਮਣਾ ਵਿਅਰਥ ਹੈ, ਉਹਦਾ ਨਿਮਣਾ ਕੋਈ ਗੁਰੂ ਨੂੰ ਪ੍ਰਵਾਨ ਨਹੀਂ ਹੈ। ਕਿਉਂ? ਮਹਾਰਾਜ ਕਹਿੰਦੇ ਨੇ ਚੇਤਨੰ ਸੰਤ ਸਵੱਜਣੈ। ਚੇਤਨ, ਰੱਬ ਦੇ ਪਿਆਰੇ ਇਹੋ ਜਿਹੇ ਬੰਦਿਆਂ ਤੋਂ ਚੇਤਨ ਰਹਿੰਦੇ ਨੇ। ਉਹ ਇਸ ਕਰਕੇ ਚੇਤਨ ਰਹਿੰਦੇ ਨੇ ਵੀ ਕਿਸੇ ਵੇਲੇ ਵੀ ਠਿੱਬੀ ਲਾ ਦੇਗਾ, ਉਹ ਚੇਤਨ ਰਹਿੰਦੇ ਆ। ਪਰ ਜਿਹਨੂੰ ਇਹ ਸੋਝੀ ਆ ਗਈ, ਅੱਜ ਇਹੀ ਕੁਝ ਵਾਪਰਦਾ ਨਾ। ਭਾਈ ਸਾਹਿਬ ਜਿਵੇਂ ਗੱਲ ਕਰ ਰਹੇ ਸਨ, ਮੈਂ ਉਸ ਬੰਨੇ ਚਲੋ ਜ਼ਿਆਦਾ ਨਹੀਂ ਜਾਣਾ ਚਾਹੁੰਦਾ, ਉਹ ਤੁਹਾਨੂੰ ਦੱਸ ਕੇ ਸਾਰੀ ਗੱਲ। ਇਹ ਬੰਦੇ ਬਾਹਰੋਂ ਇਉਂ ਤੁਹਾਨੂੰ ਮਹਿਸੂਸ ਕਰਾਉਣਗੇ ਵੀ ਜਿਵੇਂ ਸਿੱਖੀ ਤੇ ਇਹਨਾਂ ਨੇ ਸਿਰ ਤੇ ਰੱਖੀ ਹੁੰਦੀ ਹੈ ਨਾ, ਵੀ ਇਹਨਾਂ ਤੋਂ ਬਿਨਾਂ ਦੂਜਾ ਤੇ ਸਿੱਖ ਹੈ ਹੀ ਕੋਈ ਨਹੀਂ ਨਾ, ਉਹਨੂੰ ਤੇ ਸਿੱਖੀ ਦਾ ਪਤਾ ਹੀ ਕੋਈ ਨਹੀਂ। ਉਹ ਸਾਡੇ ਵਰਗਿਆਂ ਨੂੰ ਤਾਂ ਸਮਝਦੇ ਵੀ ਇਹਨਾਂ ਨੂੰ ਇਹ ਸਿੱਖ ਥੋੜਾ ਨੇ। ਸਿੱਖ ਤਾਂ ਅਸੀਂ ਆ ਵੀ ਚਾਰ ਨਾਅਰੇ ਲਾ ਦਿਓ ਤੇ ਬਸ ਘਰ ਬਣ ਜਾਏ, ਤੁਹਾਨੂੰ ਤੇ ਘਰ ਦਾ ਕੋਈ ਫਿਕਰ ਨਹੀਂ ਹੈ ਜੀ, ਸਾਨੂੰ ਹੀ ਫਿਕਰ ਸਾਰਾ ਕੌਮ ਦਾ, ਉਹੀ ਚੁੱਕੀ ਫਿਰਦੇ ਜਿਵੇਂ ਦਰਦ ਸਾਰਾ। ਤੇ ਮੈਨੂੰ ਖਿਮਾ ਕਰਿਓ, ਮੈਂ ਗੁਰੂ ਦੀ ਹਜ਼ੂਰੀ 'ਚ ਕਹਿ ਰਿਹਾ, ਉੱਥੇ ਜਾ ਕੇ ਉਹਨਾਂ ਲੋਕਾਂ ਨਾਲ ਜੁੜੇ ਆ ਜਿਨ੍ਹਾਂ ਲੋਕਾਂ ਨੇ ਸਾਡੀ ਪਿੱਠ ਛੁਰੇ ਮਾਰੇ ਆ। ਇਹ ਜੁੜਦੇ ਮੁੜ ਕੇ ਉਹਨਾਂ ਨਾਲ ਜਾ ਕੇ, ਵੋਟਾਂ ਉਹਨਾਂ ਨੂੰ ਪੈਂਦੀਆਂ ਸਾਰੀਆਂ। ਮੈਂ ਕਹਿਣਾ ਨਹੀਂ ਕਿਉਂਕਿ ਮੇਰਾ ਵਿਸ਼ਾ ਨਹੀਂ ਹੈ, ਮੈਂ ਹਮੇਸ਼ਾ ਧਾਰਮਿਕ ਤੌਰ ਤੇ ਬੋਲਦਾ, ਪਰ ਜਦੋਂ ਗੱਲ ਸਾਹਮਣੇ ਆ ਜਾਂਦੀ, ਅੰਦਰੋਂ ਇਹ ਲੋਕ ਜਿੱਥੇ ਜੁੜੇ ਨੇ, ਸਾਨੂੰ ਸਭ ਨੂੰ ਪਤਾ ਹੁੰਦਾ ਕੁੰਡੀਆਂ ਕਿੱਥੇ ਪਈਆਂ ਇਹਨਾਂ ਦੀਆਂ। ਇੱਥੇ ਸਿਰਫ ਪੈਸੇ ਇਕੱਠੇ ਕਰਨ ਵਾਸਤੇ ਚਾਰ ਨਾਅਰੇ ਲਾ ਦਿਓ ਤੇ ਆਹ ਕਰ ਦਿਓ ਤੇ ਉਹ ਕਰ ਦਿਓ। ਇਹ ਭੜਕਾ ਭੜਕੂ ਕੇ ਅਸੀਂ ਕੱਲ ਵੀ ਗੱਲ ਕਰਦੇ ਸਾਂ। ਗੁਰਮੁਖੋ, ਪੱਟੀ, ਤਰਨਤਾਰਨ, ਗੁਰਦਾਸਪੁਰ ਤੇ ਅੰਮ੍ਰਿਤਸਰ, ਭਾਈ ਸਾਹਿਬ ਕੱਲ ਕਰਦੇ ਸੀ ਵੀ ਦੁਆਬੇ ਦੇ ਵਿੱਚ ਸਾਡੇ ਤੇ ਕੋਈ ਏਦਾਂ ਦਾ ਸੀ ਦੇਖਿਆ ਨਹੀਂ ਵੀ ਉਧਰ ਕੋਈ ਇਸ ਤਰ੍ਹਾਂ ਕੋਈ ਸ਼ਹੀਦ ਹੋਏ ਜਾਂ ਘਰਾਂ ਦੇ ਘਰ ਉਜਾੜੇ ਗਏ। ਮੈਂ ਕਿਹਾ ਇਹ ਸਾਨੂੰ, ਇਸ ਇਲਾਕੇ ਨੂੰ ਪੁੱਛ ਕੇ ਵੇਖੋ, ਮਾਝੇ ਵਾਲਿਆਂ ਨੂੰ ਅਸੀਂ ਕਿਉਂ ਕਲਪਦੇ ਹਾਂ। ਸਾਨੂੰ ਪੁੱਛ ਕੇ ਵੇਖੋ ਜਿਨ੍ਹਾਂ ਇਲਾਕਿਆਂ 'ਚ 25 ਸਾਲ ਬਰਾਤਾਂ ਨਹੀਂ ਚੜ੍ਹੀਆਂ। ਮੈਂ ਤੁਹਾਨੂੰ ਪਿਛਲੀ ਵਾਰ ਮੈਂ ਕਿਹਾ ਸੀ, ਮੈਂ ਵੀ ਇਸ ਦਾ ਸ਼ਿਕਾਰ ਹਾਂ, ਕਿਉਂਕਿ ਸਾਡੀ ਸਕੀ ਭੂਆ ਦਾ ਪੁੱਤਰ ਵੀ ਇਸ ਦਾ ਸ਼ਿਕਾਰ ਹੋਇਆ, ਇਸੇ ਲਹਿਰ ਦਾ। ਜਿਨ੍ਹਾਂ ਦੇ ਘਰਾਂ 'ਚ ਵਾਪਰਿਆ ਹੁੰਦਾ, ਮੈਂ ਉਦੋਂ ਛੋਟਾ ਜਿਹਾ, ਮੈਨੂੰ ਮੇਰੇ ਅੱਖਾਂ ਦੇ ਸਾਹਮਣੇ ਸੀਨ ਆਉਂਦਾ ਵੀ ਕਿੱਦਾਂ ਹੋਇਆ ਸੀ ਸਾਰਾ ਕੁਝ। ਉਹ ਜਿਹਦੇ ਵਿਆਹ ਨੂੰ ਅਜੇ 6 ਮਹੀਨੇ ਹੋਏ ਸੀ ਤੇ ਉਹਦਾ ਤੁਸੀਂ ਦੇਖੋ, ਉਹ ਸਾਡੀ ਭੂਆ ਵੀ ਬਾਅਦ ਵਿੱਚ ਉਸੇ ਕਾਰਨ ਕਰਕੇ ਉਹਦੀ ਮੌਤ ਹੋ ਗਈ, ਕਿਉਂਕਿ ਅੰਦਰ ਨੌਜਵਾਨ ਪੁੱਤ ਜਿਹਦਾ ਚਲਿਆ ਜਾਏ ਤੇ ਉਹਨੂੰ ਕਿਤਨਾ ਜਿੰਦੀ ਰਹਿ ਸਕਦੀ। ਖੈਰ, ਮੈਂ ਜਿਹੜੀ ਬੇਨਤੀ ਕਰਨ ਲੱਗਿਆ ਕਿ ਗੱਲ ਆਪਣੀ ਜਿਹੜੀ ਚੱਲਦੀ ਪਈ ਉਸੇ ਤੇ ਆਪਾਂ ਆਵਾਂਗੇ। ਗੁਰਮੁਖੋ, ਇਹ ਚੀਜ਼ਾਂ ਸਮਝਣ ਵਾਲੀਆਂ ਨੇ। ਮਹਾਰਾਜ ਦੀ ਬਾਣੀ ਸਾਨੂੰ ਸੁਚੇਤ ਕਰਦੀ। ਬਚਨ ਆਇਆ ਚੇਤਨ ਰਹਿਣਾ ਹੈ, ਹਰ ਗੱਲ ਨੂੰ ਸੁਚੇਤ ਰਹਿਣਾ। ਐਵੇਂ ਨਹੀਂ ਚਾਰ ਨਾਅਰੇ ਲਾ ਕੇ ਕੋਈ ਮਗਰ ਲਵਾ ਕੇ ਤੇ ਸਾਡੇ ਖੂਨ ਦੀਆਂ ਹੋਲੀਆਂ ਖੇਡ ਕੇ ਤੇ ਆਪ ਰਾਜ ਭਾਗ ਕਰਕੇ ਤੁਰ ਜਾਣ। ਸੁਚੇਤ ਰਹੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਚੇਤ ਕਰਦੀ। ਮੈਂ ਉਸੇ ਗੱਲ ਤੇ ਆ ਰਿਹਾ। ਗੁਰੂ ਅਰਜਨ ਦੇਵ ਜੀ ਕਹਿੰਦੇ ਸਿਆਮਲੰਗ ਮਦਰ ਮਨੁੱਖਿਅੰ। ਬੜੇ ਬਾਹਰੋਂ ਭੋਲੇ ਬਣ ਕੇ ਵਿਖਾਉਂਦੇ ਆ, ਬੜੇ ਬਾਹਰੋਂ ਹੱਥ ਜੋੜ ਕੇ ਵਿਖਾਉਂਦੇ ਆ। ਮਾਰੇ ਕਹਿੰਦੇ ਸਿਆਮਲੰਗ ਮਦਰ ਮਨੁੱਖਿਅੰ ਹਿਰਦੈ ਭੂਮ ਵੈਰ ਨੇ। ਅੰਦਰਲੀ ਧਰਤੀ ਤੇ ਮਹਾਰਾਜ ਕਹਿੰਦੇ ਉਹਨਾਂ ਨੇ ਕਪਟ ਤੇ ਵੈਰ ਰੱਖਿਆ ਹੋਇਆ ਹੈ। ਸਤਿਗੁਰੂ ਕਹਿੰਦੇ ਨਿਵੰਤ ਹੋਵੰਤ ਮਿਥਿਆ, ਉਹਨਾਂ ਦਾ ਨਿਮਣਾ ਵਿਅਰਥ ਹੈ। ਚੇਤਨੰ ਸੰਤ ਸਵੱਜਣੇ, ਰੱਬ ਦੇ ਪਿਆਰੇ ਸਦਾ ਸੁਚੇਤ ਰਹਿੰਦੇ ਉਹਨਾਂ ਤੋਂ। ਆਪਣੀ ਗੱਲ ਚੱਲ ਰਹੀ
ਭਗਤ ਕਬੀਰ ਸਾਹਿਬ ਜੀ ਦਾ ਸ਼ਲੋਕ ਲੈ ਰਹੇ ਹਾਂ ਆਪਾਂ ਕਿ ਕਬੀਰ ਰੋੜਾ ਹੋਏ ਰੋ ਬਾਟਕਾ ਤਜ ਮਨ ਕਾ ਅਭਿਮਾਨ। ਕਬੀਰ ਸਾਹਿਬ ਕਹਿੰਦੇ ਰੋੜਾ ਹੋ ਜਾ ਤੂੰ ਭਈ ਪੈ ਦਾ ਬਣਿਆ ਹੋਇਆ, ਜਿਹਨੂੰ ਬਾਬਾ ਫਰੀਦ ਸਾਹਿਬ ਕਹਿ ਰਹੇ ਨੇ ਕਿ ਫਰੀਦਾ ਥੀਓ ਪਵਾਹੀ ਦੱਬ ਜੇ ਸਾਈ ਲੋੜੈ ਸਭ। ਇਸ ਤੋਂ ਉੱਤੇ ਆਪਾਂ ਬੋਲ ਰਹੇ ਹਾਂ ਕਿ ਪੈ ਉੱਤੇ ਪਈ ਹੋਈ ਤੂੰ ਦੱਬ ਬਣ ਜਾ, ਜਿਸ ਦੱਬ ਦੇ ਉੱਤੋਂ ਦੀ ਲੋਕ ਲੰਘਦੇ ਐ। ਕੋਈ ਗੱਡੇ ਲੈ ਕੇ ਲੰਘਦਾ ਹੈ, ਕੋਈ ਉਹਨੂੰ ਪੈਰਾਂ ਨਾਲ ਲਿਤਰ ਕੇ ਲੰਘ ਰਿਹਾ ਹੈ, ਪਰ ਯਾਦ ਰੱਖਿਓ ਉਹ ਦੱਬ ਬਾਅਦ ਵਿੱਚ ਇੰਨੀ ਸਤਿਕਾਰੀ ਜਾਂਦੀ ਹੈ ਕਿ ਲੋਕ ਉਹਦੀਆਂ ਸਫਾ ਬਣਾ ਕੇ ਉੱਥੇ ਵਿਛਾਉਂਦੇ ਜਿੱਥੇ ਧਰਮਸ਼ਾਲ ਤੇ ਲੋਕੀ ਧਰਮ ਕਮਾਉਂਦੇ ਆ। ਮਹਾਰਾਜ ਦਾ ਬਚਨ ਵੀ ਆਉਂਦਾ ਨਾ ਕਿ ਦੁਬਦਾ ਨਾ ਪੜੋ ਹਰ ਬਿਨ ਹੋਰ ਖਿਮਾ ਕਰਿਓ, ਕਿ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾ। ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਮਛਾਏ। ਉਹ ਸਫ ਜਿਹੜੀ ਬਣਦੀ ਸੀ ਦੱਬ ਦੀ, ਉਹ ਤਾਂ ਬਾਬਾ ਫਰੀਦ ਸਾਹਿਬ ਉਹਦੀ ਉਦਾਹਰਨ ਲੈ ਰਹੇ ਨੇ ਕਿ ਉਹ ਪ੍ਰਵਾਨ ਹੋ ਜਾਂਦੀ ਜਦੋਂ ਉਹਦੇ ਤੇ ਬੈਠ ਕੇ ਫਿਰ ਰੱਬ ਦੇ ਪਿਆਰੇ ਬੰਦਗੀ ਕਰਦੇ। ਗੱਲ ਮਨੁੱਖ ਦੀ ਹੋ ਰਹੀ ਹੈ, ਇਹ ਜੀਵਨ ਮਨੁੱਖ ਦੇ ਘਾਟ ਦੀ ਗੱਲ ਚੱਲਦੀ ਪਈ ਹੈ, ਸਿਰਫ ਬਾਹਰੀ ਉਦਾਹਰਨਾਂ ਨੇ। ਕਬੀਰ ਸਾਹਿਬ ਕਹਿੰਦੇ ਕਬੀਰ ਰੋੜਾ ਹੋਏ ਰੋ ਬਾਟਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਅਗਲੀ ਤੁਕ ਸੀ ਕਬੀਰ ਰੋੜਾ ਹੁਆ ਤੋ ਕਿਆ ਭਇਆ। ਜੇ ਤੂੰ ਰੋੜਾ ਬਣ ਗਿਆ ਤੇ ਕੀ ਹੋਇਆ ਭਾਈ, ਪੰਥੀ ਕੋ ਦੁੱਖ ਦੇ। ਤੂੰ ਦੁੱਖ ਤਾਂ ਅਜੇ ਵੀ ਪਹੁੰਚਾ ਰਿਹਾ ਨਾ ਕਿਸੇ ਨੂੰ, ਰੋੜਾ ਬਣ ਕੇ ਵੀ ਪਹੁੰਚਾ ਰਿਹਾ। ਪੰਥੀ ਕੋ ਦੁੱਖ ਦੇ ਐਸਾ ਤੇਰਾ ਦਾਸ ਹੈ ਜਿਉ ਧਰਨੀ ਮੈਂ ਖੇ। ਜਿਵੇਂ ਧਰਤੀ ਤੇ ਪਈ ਹੋਈ ਖੇ, ਜਿਹਨੂੰ ਬਾਬਾ ਫਰੀਦ ਸਾਹਿਬ ਕਹਿ ਰਹੇ ਨੇ ਕਿ ਫਰੀਦਾ ਖਾਕ ਨ ਨਿੰਦੀਏ ਖਾਕੂ ਜੇੜ ਨਾ ਕੋਏ। ਇਹ ਦੋਵੇਂ ਸ਼ਲੋਕ ਧਿਆਨ ਚ ਰੱਖਿਓ, ਦੋਨਾਂ ਦੀ ਵਿਆਖਿਆ ਇਕੱਠੀ ਚੱਲ ਰਹੀ ਹੈ। ਬਾਬਾ ਫਰੀਦ ਸਾਹਿਬ ਜਿਹਨੂੰ ਕਹਿੰਦੇ ਨੇ ਖਾਕ ਨ ਨਿੰਦੀਏ ਖਾਕੂ ਜੇੜ ਨਾ ਕੋਏ, ਉਹਨੂੰ ਭਗਤ ਕਬੀਰ ਸਾਹਿਬ ਕਹਿੰਦੇ ਨੇ ਖੇ ਹੋ ਜਾ। ਜੇ ਤੂੰ ਰੱਬ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋਣਾ ਨਾ, ਆਪਣੇ ਆਪ ਨੂੰ ਮਿਟਾ ਦੇ, ਆਪਣੀ ਹੋਂਦ ਨੂੰ ਖਤਮ ਕਰ ਦੇ। ਪਰ ਭਗਤ ਕਬੀਰ ਸਾਹਿਬ ਕਹਿੰਦੇ ਖੇ ਬਣ ਕੇ ਵੀ ਨਹੀਂ ਗੱਲ ਬਣੀ, ਅਜੇ ਵੀ ਹੋਂਦ ਹੈ, ਅਜੇ ਵੀ ਆਪਣੀ ਹੋਂਦ ਬਣਾ ਕੇ ਬੈਠਾ ਹੈ। ਉਹ ਕਿਵੇਂ, ਅਗਲੀ ਤੋਕੇ ਦੀ ਫਿਰ ਵਿਆਖਿਆ ਕਰੇਗੀ। ਕਬੀਰ ਖੇ ਹੋਈ ਤੋ ਕਿਆ ਭਇਆ, ਜੋ ਉੱਡ ਲਾਗੇ ਅੰਗ। ਖੇ ਬਣ ਕੇ ਵੀ ਉਹ ਅੰਗਾਂ ਨੂੰ ਜਦੋਂ ਧੂੜ ਉੱਡਦੀ ਹੈ ਉਹ ਅੱਖਾਂ ਵਿੱਚ ਪੈਂਦੀ। ਇਹਦਾ ਕੀ ਅਰਥ ਹੋ ਗਿਆ? ਹੁਣ ਇਹਦਾ ਅਰਥ ਹੋ ਗਿਆ ਖੇ ਬਣਨ ਤੋਂ ਬਾਅਦ ਖੇ ਉੱਡਦੀ ਭਲਾ ਕਦੋਂ ਆ? ਜਦੋਂ ਹਵਾ ਉਹਨੂੰ ਮਿਲਦੀ ਹੈ। ਅਜੇ ਵੀ ਬੰਦਾ ਉੱਥੋਂ ਤੱਕ ਨਹੀਂ ਪਹੁੰਚਿਆ, ਮਾੜੀ ਜੀ ਫੂਕ ਮਿਲੀ, ਵਾਹ ਹੋ ਗਈ, ਤੇ ਜਦੋਂ ਫਿਰ ਕੋਈ ਇਹੋ ਜਿਹੀ ਗੱਲ ਹੋਈ ਤਾਂ ਫੂਕ ਨਿਕਲ ਵੀ ਜਾਂਦੀ ਮਿੰਟ 'ਚ। ਇਹਨੂੰ ਜੋ ਕਬੀਰ ਬਾਬਾ ਫਰੀਦ ਸਾਹਿਬ ਕਹਿ ਰਹੇ ਉਹੀ ਕਬੀਰ ਸਾਹਿਬ ਕਹਿ ਰਹੇ ਨੇ। ਕਹਿੰਦੇ ਖੇ ਹੋਈ ਤੋਂ ਕਿਆ ਭਇਆ, ਜੋ ਉੱਡ ਲਾਗੇ ਅੰਗ। ਅਜੇ ਵੀ ਤੂੰ ਦੁੱਖ ਦੇ ਰਿਹਾ, ਕਿਉਂਕਿ ਜਦੋਂ ਫੂਕ ਮਿਲ ਗਈ ਤੂੰ ਫਿਰ ਫੁੱਲ ਗਿਆ, ਤੇ ਜਦੋਂ ਫੂਕ ਕਿਸੇ ਨੇ ਨਾ ਦਿੱਤੀ ਤੂੰ ਫਿਰ ਉੱਥੇ ਹੀ ਆ ਗਿਆ। ਅਜੇ ਵੀ ਕਹਿੰਦੇ ਉਹ ਅਵਸਥਾ ਨਹੀਂ ਤੇਰੀ ਬਣੀ, ਜਿਹਨੂੰ ਕਹਿ ਲਓ ਉਸਤਤ ਨਿੰਦਿਆ ਸ਼ਬਦ ਵਰਤ ਸਕਦੇ ਹਾਂ ਆਪਾਂ, ਵੀ ਉਸਤਤ ਹੋ ਗਈ ਤੇ ਫੁੱਲ ਗਿਆ, ਨਿੰਦਿਆ ਹੋ ਗਈ ਤੇ ਡਿੱਗ ਪਿਆ। ਕਬੀਰ ਸਾਹਿਬ ਕਹਿੰਦੇ ਅਜੇ ਗੱਲ ਨਹੀਂ ਬਣ ਰਹੀ। ਕਬੀਰ ਖੇ ਹੋਈ ਤੋ ਕਿਆ ਭਇਆ, ਜੋ ਉੱਡ ਲਾਗੇ ਅੰਗ। ਹਰ ਜਨ ਐਸਾ ਚਾਹੀਏ ਜਿਉ ਪਾਣੀ ਸਰਬੰਗ। ਤੂੰ ਪਾਣੀ ਵਰਗਾ ਹੋ ਜਾ ਬਈ, ਪਾਣੀ ਜਿਹੜੇ ਰੰਗ ਚ ਪਾਓ ਉਹੋ ਜਿਹਾ ਰੰਗ ਬਣ ਜਾਂਦਾ ਹੈ। ਪਰ ਭਗਤ ਕਬੀਰ ਸਾਹਿਬ ਕਹਿੰਦੇ ਅਜੇ ਵੀ ਨਹੀਂ ਗੱਲ ਬਣੀ। ਹੁਣ ਜਿੱਥੇ ਲਿਜਾਣਾ, ਜਿੱਥੇ ਬਾਬਾ ਫਰੀਦ ਸਾਹਿਬ ਦੇ ਸ਼ਲੋਕ ਖੜ ਰਹੇ ਨੇ, ਉਸੇ ਅਵਸਥਾ ਤੇ ਕਬੀਰ ਸਾਹਿਬ ਲਿਜਾ ਰਹੇ ਨੇ। ਉਹ ਕਹਿੰਦੇ ਕਬੀਰ ਪਾਣੀ ਹੁਆ ਤੋ ਕਿਆ ਭਇਆ, ਸੀਰਾ ਤਾਤਾ ਹੋਏ। ਅਜੇ ਵੀ ਜੇ ਤੁਸੀਂ ਇਹਨੂੰ ਠੰਡੇ ਥਾਂ ਰੱਖ ਦਿੰਦੇ ਤੇ ਜੰਮ ਜਾਂਦਾ ਹੈ, ਧੁੱਪ ਮਿਲਦੀ ਹੈ ਤੇ ਪਿਘਲ ਜਾਂਦਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਅਜੇ ਵੀ ਗਰਮ ਹੈ, ਸਰਦ ਹੈ। ਇਹਦਾ ਮਤਲਬ ਹੋ ਗਿਆ ਅਜੇ ਵੀ ਅਹੰਕਾਰ ਹੈ, ਹਉਮੈ ਹੈ। ਅਜੇ ਉਹ ਗੱਲ ਉੱਥੋਂ ਤੱਕ ਨਹੀਂ ਪਹੁੰਚੀ ਜਿਸ ਤੱਕ ਕਬੀਰ ਸਾਹਿਬ ਪਹੁੰਚਾਉਣਾ ਚਾਹੁੰਦੇ ਹੈ। ਕਬੀਰ ਸਾਹਿਬ ਜੀ ਕਹਿੰਦੇ ਕਬੀਰ ਪਾਣੀ ਹੁਆ ਤੋ ਕਿਆ ਭਇਆ, ਜੋ ਉੱਡ ਲਾਗੇ ਅੰਗ। ਅਖੀਰਲੀ ਤੋਂ ਕਹਿੰਦੇ ਹਰ ਜਨ ਐਸਾ ਚਾਹੀਏ। ਕਬੀਰ ਪਾਣੀ ਹੁਆ ਤੋ ਕਿਆ ਭਇਆ, ਸੀਰਾ ਤਾਤਾ ਹੋਏ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਜਿਹਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਜੇ ਸਾਈਂ ਨੂੰ ਚਾਹੁੰਦਾ ਹੈ ਤੇ ਉਸ ਦੱਬ ਵਰਗਾ ਬਣ ਜਾ, ਜਿਹਨੂੰ ਭਗਤ ਕਬੀਰ ਸਾਹਿਬ ਨੇ ਕਿਹਾ ਤੂੰ ਸਾਈਂ ਵਰਗਾ ਹੀ ਹੋ ਜਾ। ਜੇ ਵਾਹਿਗੁਰੂ ਪਰਮਾਤਮਾ ਦੇ ਦਰ ਉੱਤੇ ਪਹੁੰਚਣਾ ਤੇ ਸਾਈਂ ਵਰਗਾ ਹੀ ਤੈਨੂੰ ਬਣਨਾ ਪਏਗਾ। ਹੁਣ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਅਸੀਂ ਦੇਖਦੇ ਹੋਰ ਬਚਨ, ਤੇ ਮਹਾਰਾਜ ਕਹਿੰਦੇ ਨੇ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਗਲ ਕੀ ਰੇਣਕਾ। ਰੇਣਕਾ ਉਹੀ ਗੱਲ ਜਿਹੜੀ ਫਰੀਦ ਸਾਹਿਬ ਕਹਿ ਰਹੇ ਨੇ ਕਿ ਥੀਓ ਪਵਾਹੀ ਦੱਬ ਜੇ ਸਾਈਂ ਲੋੜੈ ਸਭ। ਇਹਨੂੰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਇਉਂ ਕਹਿ ਰਹੇ ਨੇ ਕਿ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਗਲ ਕੀ ਰੇਣਕਾ। ਤੋਂ ਆਓ ਹਮਾਰੇ ਪਾਸ, ਸਭਨਾਂ ਦੀ ਰੇਣਕਾ ਬਣ ਕੇ ਸਾਡੇ ਪਾਸ ਆ, ਜੇ ਪ੍ਰਭੂ ਦੇ ਦਰ ਤੇ ਕਬੂਲ ਹੋਣਾ ਹੈ ਤਾਂ। ਜਦੋਂ ਅਸੀਂ ਇਸ ਚੀਜ਼ ਨੂੰ ਦੇਖਦੇ ਹਾਂ ਫਿਰ ਇਤਿਹਾਸ ਦੀ ਇੱਕ ਝਾਕੀ ਲੈ ਲੈਂਦੇ ਹਾਂ ਤਾਂ ਕਿ ਗੱਲ ਹੋਰ ਵੀ ਸਮਝ ਵਿੱਚ ਆ ਜਾਏਗੀ। ਜਿਹਨੂੰ ਸਤਿਗੁਰੂ ਜੋ ਕਹਿ ਰਹੇ ਨੇ, ਗੁਰਮੁਖੋ
सचमुच गुरु घर के अंदर जिहड़ी निमरता है ना, वो कपटी नहीं है। फिर समझो मेरी बेनती, दोबारा शब्द दोहराउण लग्गिया, गुरु घर विच जां गुरसिखां अंदर बाणी नूं मन्नण वालियां विच जिन्हां नूं थोड़ी बहुत सूझ-बूझ है, मैं बेनती कर लग्गिया, उत्थे कपटी निमरता नहीं है। कपटी निमरता हुंदी है उन्हां लोकां विच जिहड़े इउं कह लो बहु गिनती, मैं राजनीतिक शब्द वरतन लग्गिया, मैं सारियां उत्ते नहीं टिकाउण लगा गल, बहु गिनती मैं शब्द वरत लिया है। कपटी निमरता, जदों मौका हुंदा, लोड़ हुंदी है, उदों घरां च आण के ते गरीब बंदे दे जिहड़ा बिल्कुल विचारे दे घरे वेखण नूं जी नहीं ना करदा भी इन्ना मैला कुचीला जिहदे घर च चारे सफेरे गंद पिया होया, फिर आउंदे ने जदों लोड़ हुंदी वोटां दी, आउंदे ने। फिर इहनूं निमरता नहीं कह सकदे, झुकना नहीं आए। वो फिर आउंदे ने, वो आण के उहदे नाल बैठ के कहंदे लिया आपां दोवें खाने आ रोटी। ते लोकी कहंदे वाह 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 वाह, क्या लीडर है बई, कमाल ही हो गई भी गरीब दे घरे आके रोटी। उसे बंदे नूं जदों फिर अहुदा मिलदा, फिर उहनूं कहो उत्थे जा, फिर खा के विखा रोटी उत्थे ही। फिर जदों मिलण आउंदा कहंदे धक्के मार के बाहर कड्डो, इहनूं कौन है, अजे मेरा टाइम नहीं हैगा। महाराज कहंदे धर्मी बंदे दे अंदर कपटी नहीं हुंदा, निमरता नहीं हुंदी। जिहड़ी ਇਹ निमरता, इहनूं गुरु ग्रंथ ਸਾਹਿਬ ਦੀ ਬਾਣੀ 'ਚ ਕਿਹਾ ਗਿਆ, सिमल रुख सरायरा अत दीर्घ अत मुच, ओए जे आवे आस कर जाए निरासे कित, फल फिके फुल बख बके कम न आवे पत मिठत नीवी नानका, गुण चंगियाइयां तत। अगली तुक जिहड़ी इहदी व्याख्या करेगी, जिहड़ी मैं तुहानूं गल कही है, सब को निमै आप को। इस तुक दे किते अर्थ जाके देखियो, तुसीं अपने मोबाइलां 'च वेख लियो जी। सब को निमै आप को, ओहदी कपटी निमरता यह कहिंदी है भी आप को दा मतलब अपनी, इउं कह लो कि स्वार्थ वास्ते निम रहा है, अपने स्वार्थ वास्ते झुक रहा है। सब को निवें आपको, पर को निवें ना कोई। वो किसी दूजे वास्ते थोड़ा झुक रहा हो, सिर्फ अपने मतलब वास्ते झुक रहा है। सब को निवें आपको, पर को निवें ना कोई। धर ता राजू तोलिए, रब की तकड़ी विच पग जो तोलिया गया, फिर पता लग्या। धर ता राजू तोलिए, निवें सो गौरा होए। गौरा में नहीं उच्चा, वो जेड़ा झुकदा है उही उच्चा हो जाता। गुरमुखो किसी रुख नूं तुसीं इवें कहो कि थले तक नप नप के लै आओ, भला किन्नियां कटाणियां थले लियाओगे ओहदियां, फिर तां चले जाणियां। पर जदों उसे रुख नूं फल लग जाण ते ठां लियाउण दी लोड़ ही नहीं, आपे थले आ जांदियां ने। महाराज कहंदे सब को निवें आपको, पर को निवें ना कोई। धरता राजू तोलिए, निवें सो गौरा होए। अगली तुक की है, अपराधी दूना निवें, जो हंता मिर्गा है। मिर्ग नूं मारन वाला शिकारी, वो दूर ऐ लम्मे पै जांदा। जे कोई बंदा दूरों वेखे, वाह वाह वाह, बड़ा झुकिया पई, बड़ी डंडौत कर रहा। मार कहंदा डंडौत थोड़ा कर रहा, वो तो शिकार नूं मारन वास्ते झुकिया। वेखो बचन गुरु ग्रंथ, मैं कोलों नहीं कुछ भी कह रहा, बाणी दे बचन कह रहा। ये वक्री गल, असीं बाणी नूं नहीं पढ़दे, नहीं समझदे, नहीं सुणदे, तां सानूं कई बार नवीआं गल्लां लगदियां। मारे कहंदे ने कि अपराधी दूना निवै, जो हंता मृगाहे। शीश नवाया क्या थियै, ਉਹਦਾ ਸੀਸ ਨਵਾਉਣਾ ਕੀ ਮਾਇਨੇ ਰੱਖਦਾ ਪਈ। ਹਿਰਦੈ ਕਸੁੱਧੈ ਜਾਏ, ਅੰਦਰ ਤੇ ਉਹਦੇ ਕਸੁੱਧਾਪਨ ਬੈਠਾ ਹੋਇਆ। ਮਹਾਰਾਜ ਕਹਿੰਦੇ ਬਾਹਰੋਂ ਕਾਹਦਾ ਝੁਕਣਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਰਹੀ ਹੈ। ਮੈਂ ਬੇਨਤੀ ਕਰਨ ਲੱਗਿਆ ਸੀ, ਗੱਲ ਇੱਥੋਂ ਚੱਲੀ ਵੀ ਇਤਿਹਾਸ ਨੂੰ ਜਦੋਂ ਦੇਖਦੇ ਹਾਂ, ਇਤਿਹਾਸ ਵਿੱਚ ਗੁਰੂ ਘਰ ਦੀ ਨਿਮਰਤਾ ਕਪਟੀ ਨਿਮਰਤਾ ਨਹੀਂ ਹੈ। ਉੱਥੇ ਉਹ ਹੈ ਜੋ ਕਿਹਾ ਗਿਆ ਤੇ ਉਹੀ ਗੁਰੂ ਨੇ ਕਰਕੇ ਦਿਖਾਇਆ ਹੈ, ਔਰ ਜੀਵਨ ਇਸ ਤਰ੍ਹਾਂ ਦਾ ਬਣਾ ਕੇ ਸਾਨੂੰ ਉਹਦੀ ਸੇਧ ਦਿੱਤੀ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ, ਉਹਨਾਂ ਦਾ ਜੀਵਨ ਕੈਸਾ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅਸੀਂ ਸਾਰੇ ਉਹਨਾਂ ਬਾਰੇ ਜਾਣਦੇ ਹਾਂ ਕਿ ਜਦੋਂ ਬਾਬਾ ਦਾਤੂ ਤੇ ਦਾਸੂ ਜੀ ਉਹਨਾਂ ਨੂੰ ਵਿਰੋਧ ਵਿੱਚ ਖੜਿਆਂ ਕਰ ਦਿੱਤਾ ਗਿਆ, ਮਹਾਰਾਜ ਨੂੰ ਤਖਤ ਤੇ ਬੈਠਿਆਂ, ਸਿੰਘਾਸਨ ਤੇ ਬੈਠਿਆਂ ਬਾਬਾ ਦਾਤੂ ਜੀ ਨੇ ਲੱਤ ਮਾਰੀ ਸੀ ਉਹਨਾਂ ਦੇ। ਅਸੀਂ ਇਤਿਹਾਸ ਤੋਂ ਜਾਣੂ ਹੈ ਨਾ, ਲੱਤ ਮਾਰੀ ਸੀ ਮਹਾਰਾਜ ਦੇ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ। ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਨਹੀਂ ਕਿਹਾ ਵੀ ਮੌਕਾ ਟਾਲਣ ਵਾਸਤੇ ਕਹਿਤਾ, ਉਸ ਵੇਲੇ ਮੌਕਾ ਟਾਲਣ ਵਾਸਤੇ ਕਹਿਤਾ ਵੀ ਤੁਸੀਂ ਜੀ ਤੁਹਾਡੇ ਚਰਨ ਬੜੇ ਕੋਮਲ ਨੇ, ਸਾਡੇ ਹੱਡੀਆਂ ਨੂੰ ਵੱਜੇ ਨੇ, ਤੁਹਾਨੂੰ ਕਿਤੇ ਦਰਦ ਤਾਂ ਨਹੀਂ ਹੋਇਆ। ਇਹ ਮੌਕਾ ਟਾਲਣ ਵਾਸਤੇ ਨਹੀਂ ਕਿਹਾ ਮਹਾਰਾਜ ਨੇ। ਸੱਚਮੁੱਚ ਗੁਰੂ ਅਮਰਦਾਸ ਨੇ ਅੰਦਰੋਂ ਕਿਹਾ ਸੀ ਕਿ ਤੁਹਾਡੇ ਚਰਨ ਕੋਮਲ ਨੇ, ਕਿਤੇ ਇਹਨਾਂ ਨੂੰ ਚੋਟ ਤਾਂ ਨਹੀਂ ਲੱਗੀ, ਮੈਂ ਬਜ਼ੁਰਗ ਹੋ ਗਿਆ, ਮੇਰੀਆਂ ਹੁਣ ਤੇ ਹੱਡੀਆਂ ਹੀ ਰਹਿ ਗਈਆਂ, ਇਹਨਾਂ ਹੱਡੀਆਂ ਤੇ ਤੁਹਾਡੇ ਕੋਮਲ ਚਰਨ ਵੱਜ ਕੇ ਕਿਤੇ ਚੋਟ ਤਾਂ ਨਹੀਂ ਲੱਗ ਗਈ। ਗੁਰੂ ਅਮਰਦਾਸ ਦੇ ਕਹੇ ਹੋਏ ਸ਼ਬਦਾਂ ਦਾ ਇੰਨਾ ਅਸਰ ਹੋਇਆ, ਡਿੱਗ ਪਿਆ ਬਾਬਾ ਦਾਤੂ ਗੁਰੂ ਅਮਰਦਾਸ ਦੇ ਚਰਨਾਂ ਤੇ। ਦਾਤਾ ਭੁੱਲ ਮੇਰੇ ਤੋਂ ਕਰਵਾ ਦਿੱਤੀ ਹੈ, ਚੁੱਕਣਾ ਵਿੱਚ ਆ ਕੇ ਮੈਂ ਭੁੱਲ ਕਰ ਗਿਆ। ਵੇਖੋ ਮਹਾਰਾਜ ਨੇ ਫਿਰ ਵੀ ਬਖਸ਼ ਦਿੰਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ਿੰਦ ਨੇ। ਮੈਂ ਬੇਨਤੀ ਕਰਨ ਲੱਗਿਆ ਗੁਰੂ ਘਰ ਦੀ ਨਿਮਰਤਾ, ਕਿਉਂਕਿ ਜਿਹੜੇ ਸ਼ਬਦ ਚੱਲਦੇ ਉਹਦੇ ਵਿੱਚ ਅਹੰਕਾਰ ਤੇ ਨਿਮਰਤਾ ਦੀ ਗੱਲ ਇਹਨਾਂ ਦੋਨਾਂ ਚੱਲਦੀ ਪਈ ਹੈ। ਖਾਕ ਵਰਗਾ ਹੋਣਾ, ਦੱਬ ਵਰਗਾ ਹੋਣਾ ਕੀ ਹੈ।
ਸਤਿਗੁਰੂ ਦੇ ਘਰ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਆਉਂਦੇ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਆਉਂਦੇ ਹੈ ਤੇ ਗੁਰਮੁਖੋ, ਮੈਂ ਸਿਰਫ ਉਹਨਾਂ ਦਾ ਜੀਵਨ ਨਹੀਂ ਕਹਿ ਰਿਹਾ, ਉਹ ਗੱਲ ਬੋਲ ਰਿਹਾ ਜਿਹੜੀ ਅੱਜ ਦੇ ਪ੍ਰਕਰਨ ਦੇ ਨਾਲ ਸੰਬੰਧਿਤ ਹੈ। ਸਤਿਗੁਰੂ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਬਾਬਾ ਗੁਰੂ ਰਾਮਦਾਸ ਮਹਾਰਾਜ ਜੀ ਭਾਈ ਜੇਠੇ ਗੁਰੂ ਵਿੱਚ ਸੇਵਾ ਕਰ ਰਹੇ ਨੇ। ਲਾਹੌਰ ਤੋਂ ਚੱਲ ਕੇ ਇਹਨਾਂ ਦਾ ਜਿਹੜਾ ਪਰਿਵਾਰ ਆਉਂਦਾ ਹੈ, ਸ਼ਰੀਕਾ ਬਰਾਦਰੀ, ਉਹਦੇ ਵਿੱਚੋਂ ਇੱਕ ਬਜ਼ੁਰਗ ਆ ਜਿਹੜਾ ਅਸੀਂ ਉਹ ਅੱਗੇ ਵੱਧ ਕੇ ਵੇਖਿਆ ਵੀ ਪਤਾ ਲੱਗਿਆ ਇਹਦਾ ਰਿਸ਼ਤਾ ਹੋ ਗਿਆ ਗੁਰੂ ਆਪਣਾ ਅਮਰਦਾਸ ਮਹਾਰਾਜ ਜੀ ਦੀ ਬੇਟੀ ਨੂੰ, ਉਹਨਾਂ ਦਾ ਦਮਾਦ ਬਣ ਗਿਆ ਹੈ। ਇਹ ਗੱਲ ਪਹੁੰਚ ਗਈ ਸੀ ਲਾਹੌਰ, ਉੱਥੋਂ ਚੱਲ ਕੇ ਆਏ। ਜਦੋਂ ਮਿਲਣ ਆਏ ਤੇ ਉਸ ਵੇਲੇ ਗੁਰੂ ਰਾਮਦਾਸ ਮਹਾਰਾਜ ਜੀ, ਮੈਂ ਸ਼ਬਦ ਵਰਤ ਰਿਹਾ, ਭਾਈ ਜੇਠਾ ਜੀ ਉਸ ਵੇਲੇ ਨੇ, ਤੇ ਸਤਿਕਾਰ ਵਜੋਂ ਮੈਂ ਸ਼ਬਦ ਲੈ ਰਿਹਾ, ਗੁਰੂ ਰਾਮਦਾਸ ਕਹਿ ਰਿਹਾ, ਉਹਨਾਂ ਦੇ ਸਿਰ ਉੱਤੇ ਗਾਰੇ ਦੀ ਟੋਕਰੀ ਸੀ। ਉਹ ਜਦੋਂ ਟੋਕਰੀ ਵੇਖੀ ਤੇ ਬਜ਼ੁਰਗ ਨੂੰ ਗੁੱਸਾ ਆ ਗਿਆ। ਉਹਨੇ ਗੁੱਸੇ ਵਿੱਚ ਆ ਕੇ ਜਿਹੜੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲੇ ਆ ਕੇ ਸ਼ਬਦ ਕਹੇ। ਉਹ ਸ਼ਬਦ ਇਤਿਹਾਸ ਦੇ ਸ਼ਬਦ ਨੇ, ਵੈਸੇ ਉਹ ਇਤਿਹਾਸ ਦੇ ਵਿੱਚ ਲਿਖੇ ਲਿਖਾਰੀਆਂ ਨੇ। ਉਹਨਾਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਿਹਾ ਸੀ, ਇਹ ਵੀ ਬੰਸਿਓ ਜਨਮ ਹਮਾਰੇ, ਇਹ ਵੀ ਸਾਡੀ ਬੰਸ ਵਿੱਚ ਪੈਦਾ ਹੋਇਆ। ਇਹ ਵੀ ਬੰਸਿਓ ਜਨਮ ਹਮਾਰੇ, ਲਾਜ ਗਵਾਈ ਸਰਬ ਪ੍ਰਕਾਰੇ, ਪਿੱਤ ਕੇ ਮਰਨ ਸਦਨ ਕੋ ਤਿਆਗਾ, ਘਰ ਸਸੁਰਾਲ ਬਸਿਓ ਨਿਰਭਾਗਾ। ਇਹ ਇਤਿਹਾਸ ਦੇ ਸ਼ਬਦ ਨੇ। ਉਹਨਾਂ ਕਿਹਾ, ਮਹਾਰਾਜ ਗੁਰੂ ਅਮਰਦਾਸ ਨੂੰ ਉਹ ਬਜ਼ੁਰਗ ਆ ਕੇ ਕਹਿ ਰਿਹਾ, ਬੜਾ ਗੁੱਸੇ ਚ ਆ ਕੇ ਕਹਿ ਰਿਹਾ, ਇਹ ਵੀ ਬੰਸਿਓ, ਇਹ ਵੀ ਜਨਮਿਓ ਬੰਸ ਹਮਾਰੇ। ਉਹ ਸਾਡੀ ਬੰਸ ਵਿੱਚ ਇਹਨੇ ਵੀ ਜਨਮ ਲੈਣਾ ਸੀ, ਜਾਤ ਇਹਨੇ ਸਾਡੀ ਜਿਹੜੀ ਹੈ ਉਹ ਇੱਜ਼ਤ ਪਾਤੀ ਗਵਾ ਕੇ ਰੱਖ ਦਿੱਤੀ ਹੈ। ਲਾਜ ਗਵਾਈ ਸਰਬ ਪ੍ਰਕਾਰੇ, ਪਿੱਤ ਕੇ ਮਰਨ ਸਦਨ ਕੋ ਤਿਆਗਾ। ਇਹਦਾ ਮਾਂ ਪਿਓ ਮਰ ਗਿਆ ਸੀ, ਇਹਨੇ ਘਰ ਛੱਡ ਦਿੱਤਾ। ਜਿੱਥੇ 2 ਚਿਖਾ ਬਲੀਆਂ ਸੀ, ਉਹ ਬਜ਼ੁਰਗ ਕਹਿ ਰਿਹਾ ਬੋਲ ਕੇ, ਜਿੱਥੇ 2 ਚਿਖਾ ਬਲੀਆਂ ਸੀ, ਤੀਜੀ ਵੀ ਬਲ ਜਾਂਦੀ ਆ, ਦਿਨ ਨਾ ਵੇਖਣੇ ਪੈਂਦੇ। ਗੁਰੂ ਅਮਰਦਾਸ ਦੇ ਸਾਹਮਣੇ ਆ ਕੇ ਬੋਲ ਰਿਹਾ, ਇਹ ਵੀ ਬੰਸਿਓ ਜਨਮ ਹਮਾਰੇ, ਲਾਜ ਗਵਾਈ ਸਰਬ ਪ੍ਰਕਾਰੇ, ਪਿਤਾ ਪਿੱਤ ਕੇ ਮਰਨ ਸਦਨ ਕੋ ਤਿਆਗਾ, ਘਰ ਸਸੁਰਾਲ ਬਸਿਓ ਨਿਰਭਾਗਾ। ਨਿਰਭਾਗਾ ਸ਼ਬਦ ਵਰਤਿਆ, ਕਹਿੰਦੇ ਅਭਾਗਾ ਜਿਹੜਾ ਸਹੁਰਿਆਂ ਦੇ ਘਰੇ ਆ ਕੇ ਟੋਕਰੀਆਂ ਚੁੱਕੀ ਫਿਰਦਾ ਹੈ। ਇਸਨੇ ਤੋ ਸਿਰ ਮਾਟੀ ਪਾਈ, ਕਰੋ ਵਿਚਾਰ ਨਾ ਤੁਮ ਉਚਿਤਾਈ। ਕਹਿੰਦਾ ਮਹਾਰਾਜ ਤੁਸੀਂ ਤੇ ਸਿਆਣੇ ਹੋ, ਇਹਨੇ ਸਿਰ 'ਚ ਮਿੱਟੀ ਪਾਈ, ਤੁਸੀਂ ਮਹਾਰਾਜ ਤੁਸੀਂ ਸਿਆਣੇ ਹੋ, ਤੁਸੀਂ ਦੇਖੋ ਵੀ ਇਸ ਤਰ੍ਹਾਂ ਦਮਾਦ ਨੂੰ ਘਰ 'ਚ ਰੱਖੀਦਾ ਹੈ। ਫਿਰ ਉਹਨਾਂ ਨੇ ਅੱਗੇ ਕਿਹਾ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੂੰ ਇਸ ਤਰ੍ਹਾਂ ਜਦੋਂ ਬੋਲਿਆ, ਉਹ ਧੰਨ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ, ਇਤਿਹਾਸਕਾਰਾਂ ਦੇ ਬਚਨ ਨੇ, ਸ਼ਬਦ ਨੇ। ਮਹਾਰਾਜ ਨੇ ਕਿਹਾ, ਜੇ ਨੇ ਬੰਸੈ ਜਨਮ ਤੁਮਾਰੇ, ਇਹ ਜਨਮ ਧਾਰੇ, ਜੇ ਬੰਸ ਜਨਮ ਨੈ ਧਾਰੇ, ਜੇ ਤੁਹਾਡੀ ਬੰਸ ਵਿੱਚ ਕੁਲ ਵਿੱਚ ਇਹਦਾ ਜਨਮ ਨਾ ਹੁੰਦਾ, ਗਿਰਤ ਪਰਦੇ ਪਿਤਰ ਤੁਮਾਰੇ। ਮਹਾਰਾਜ ਕਹਿੰਦੇ ਤੁਹਾਡੇ ਵੱਡੇ ਵਡੇਰਿਆਂ ਨੂੰ ਇਉਂ ਕਹਿ ਲਓ ਮਾਨ ਵਡਿਆਈ, ਇਹਦੇ ਜਨਮ ਹੋਣ ਕਰਕੇ ਉਹਨਾਂ ਨੂੰ ਇੱਜ਼ਤ ਤੇ ਮਾਨ ਵਡਿਆਈ ਮਿਲ ਗਈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਇੰਨੇ ਜਦੋਂ ਸ਼ਬਦ ਕਹੇ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਚਰਨਾਂ ਤੇ ਡਿੱਗ ਪਏ। ਗੁਰੂ ਅਮਰਦਾਸ ਜੀ ਦੇ ਚਰਨ ਘੁੱਟ ਕੇ ਫੜ ਕੇ ਪਤਾ ਕੀ ਕਿਹਾ, ਹੁਣ ਮੈਂ ਜਿਹੜੀ ਬੇਨਤੀ ਕਰ ਰਿਹਾ, ਇਹ ਨਿਮਰਤਾ ਜਿਹੜੀ ਗੁਰੂ ਘਰ ਵਿੱਚ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਉਸ ਵੇਲੇ ਭਾਈ ਜੇਠੇ ਦੇ ਰੂਪ ਵਿੱਚ ਨੇ, ਤੇ ਉਹਨਾਂ ਨੇ ਚਰਨ ਫੜ ਕੇ ਸਤਿਗੁਰੂ ਗੁਰੂ ਅਮਰਦਾਸ ਦੇ ਤੇ ਕਹਿੰਦੇ, ਮਹਾਰਾਜ ਇਹਨਾਂ ਨੂੰ ਸਮਤ ਕੋਈ ਨਹੀਂ ਹੈ, ਇਹਨਾਂ ਨੂੰ ਪਤਾ ਕੋਈ ਨਹੀਂ ਹੈ, ਗੁਰੂ ਘਰ ਦੇ ਵਿੱਚ ਮਿੱਟੀ ਨਹੀਂ ਹੈ, ਧੂੜ ਨਹੀਂ ਹੈ, ਇਹ ਗਾਰਾ ਨਹੀਂ ਹੈ। ਮਹਾਰਾਜ ਇਹਨਾਂ ਨੂੰ ਸਮਝ ਕੋਈ ਨਹੀਂ, ਕਬੋਲ ਬੋਲ ਗਏ ਨੇ। ਮਹਾਰਾਜ ਤੁਸੀਂ ਕਿਰਪਾ ਕਰੋ, ਇਹਨਾਂ ਨੂੰ ਬਖਸ਼ ਦਿਓ। ਸਤਿਗੁਰੂ ਗੁਰੂ ਰਾਮਦਾਸ ਜੀ ਨੇ ਕਿਹਾ, ਬਖਸ਼ ਦਿਓ ਮਹਾਰਾਜ ਇਹਨਾਂ ਨੂੰ। ਤੇ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ, ਸਾਡੇ ਚਿੱਤ ਵਿੱਚ ਇਹਨਾਂ ਦੇ ਪ੍ਰਤੀ ਕੋਈ ਨਫ਼ਰਤ ਨਹੀਂ ਹੈ। ਇਹ ਹੈ ਗੁਰੂ ਘਰ ਦੀ ਵਡਿਆਈ, ਜਿਹਨੂੰ ਬਾਬਾ ਫਰੀਦ ਸਾਹਿਬ ਕਹਿ ਰਹੇ ਨੇ ਕਿ ਖਾਕ ਵਰਗਾ ਹੋ ਜਾਣਾ, ਮਿੱਟੀ ਵਰਗਾ ਹੋ ਜਾਣਾ, ਦੱਬ ਵਰਗਾ ਬਣ ਜਾਣਾ। ਇਹ ਸੱਚਮੁੱਚ ਜਿਹੜੇ ਬਣ ਗਏ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਦੇ ਹੋਰ ਕੋਈ ਸ਼ਬਦ ਦੇਖ ਲੈਂਦੇ ਹਾਂ ਕਿ ਗੁਰਮੁਖੋ ਜਦੋਂ ਇਸ ਮਿੱਟੀ ਧੂੜ ਵਰਗੇ ਬਣਦੇ ਹੈ, ਉਹਨਾਂ ਦੇ ਫਿਰ ਜਿਹੜੇ ਸ਼ਬਦ ਹੁੰਦੇ ਹੈ, ਉਹ ਕਹਿੰਦੇ ਐਸੀ ਲਾਲ ਤੁਝ ਬਿਨ ਕੌਣ ਕਰੈ। ਇਹ ਹੈ ਜਿਹੜੇ ਦੱਬ ਵਰਗੇ ਬਣ ਗਏ, ਇਹ ਹੈ ਜਿਹੜੇ ਖਾਕ ਵਰਗੇ ਬਣ ਗਏ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਵਾਜ ਗੁਸਈਆਂ ਮੇਰਾ ਮੱਥ ਹੈ, ਛਤਰ ਧਰੈ ਜਾਂ ਕੀ ਸ਼ੋਧ ਜਗਤ ਕੋ ਲਾਗੇ, ਤਾਂ ਪਰ ਤੂੰ ਹੀ ਢਰੈ, ਨੀਚੈ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ। ਨਾਮਦੇਵ ਕਬੀਰ ਤੁਰਲੋਚਨ ਸਦਨਾ ਸੈਣ ਤਰੇ, ਕਹਿ ਰਵਿਦਾਸ ਸੁਨੋ ਰੇ ਸੰਤੋ, ਹਰ ਜੀਓ ਤੇ ਸਭ ਐਸਰੇ। ਜਿਹਨੂੰ ਗੁਰੂ ਕੀ ਬਾਣੀ ਕਹਿੰਦੀ, ਅਬ ਹਮ ਚੱਲੀ ਠਾਕੁਰ ਪੈ ਹਾਰ। ਮੈਂ ਹੁਣ ਉਹ ਸ਼ਬਦ ਜਿਹੜੇ ਗੁਰੂ ਕੀ ਬਾਣੀ ਵਿੱਚੋਂ ਲੈਣ ਲੱਗਿਆ, ਜਿਹਦੀ ਆਪਾਂ ਵਿਆਖਿਆ ਕਰ ਰਹੇ ਹਾਂ ਕਿ ਪਏ ਉੱਤੇ ਪਈ ਹੋਈ ਦੱਬ ਵਰਗਾ, ਜਿਹੜੀ ਖਾਕ ਮਿੱਟੀ ਦੀ ਬਾਬਾ ਫਰੀਦ ਸਾਹਿਬ ਗੱਲ ਕਰ ਰਹੇ ਹੈ ਕਿ ਧੂੜ ਵਰਗਾ ਹੋ ਜਾਣਾ। ਸੱਚਮੁੱਚ ਜਿਹੜੇ ਬਣ ਗਏ, ਉਹਨਾਂ ਦੇ ਸ਼ਬਦ ਕੀ ਨੇ, ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ
मार लोगन की चतराई उपमा ते बैसंतर जारे। गुरु रामदास का शब्द जी गुरमुखो, लोगन की वढियाई उपमा ते बैसंतर जार। कोई भला कहो भावें बुरा करो हम तन, भला कहो भावें बुरा कहो हम तन दियो है ढार। ढार मैंने हुंदा है ढाल देना, समर्पित कर देना। महाराज कहते सी अपना तन ही जिहड़ा है ना वो गुरु नूं समर्पित कर दिता है। कोई भला कहे कोई बुरा कहे, महाराज कह रहे हैं जिन्हों सतगुरु गुरु नानक साहब जी का शब्द है तलंग राग जिहड़ा जिहदी शुरुआत हुंदी है यक अर्ज गुप्तम पेश तो दरगोश कुन करतार। हक्का कबीर करीम तू बेऐब परवदगार। ये जिहड़ा शब्द है ना इहदियां अखीरलियां तुकां मैं कहन लगे हैं। सतगुरु गुरु नानक देव सच्चे पातशाह बचन महाराज कहंदे ने बद बख्त, क्षमा करियो ये शब्द गुरु साहब ने अपने वास्ते वरते ने। गुरु नानक साहब महाराज जी ने साडी जुबान कंबदी है कहन लगे हैं, पर महाराज का बचन है ना। महाराज कहते बद बख्त, बद बख्त का मतलब हुंदा किस्मत जी की माड़ी हुई। महाराज अपने वास्ते कह रहे, वैसे सानू दस रहे ने भी तुसीं इदां कहो गुरु नानक सच्चे पातशाह ते परमेश्वर ने, पर वो वेखो किहड़ी निमरता में चले गए। महाराज कहते ने बद बख्त हम चो बखील गाफल बेनज़र बेबाक। ये अर्थ हो गए। महाराज कहते हैं मैं बद बख्त हाँ, हम चो मेरे वर्गा। बखील का मतलब है मेरे वर्गा निंदक। महाराज का जीवन नहीं है ये, सिर्फ सानू कह रहे ने। ये इत्थों तक महाराज का बचन तुसीं देखो गुरु नानक साहब का। महाराज कहते बद बख्त हम चो बखील गाफल। महाराज कहते मैं तो झल्ला हाँ बौरा हाँ, समझ कोई नहीं मैनू। बेनज़र का मतलब होंदा उहदी नज़र तो हीना हाँ, परमात्मा की नज़र का मैं पात्र भी नहीं। महाराज कहते ने बद बख्त हम चो बखील गाफल बेनज़र बेबाक का मतलब है सतगुरु महाराज जी कहते हैं मैं इं कह लो कि निडर। इसका मतलब वो नहीं कि निडार वो है जिहड़ा कहने इत्थे। महाराज कहते मैं लापरवाह हाँ, मैनू समझ कोई नहीं। हे परमात्मा वाहिगुरू मैं तेरे वाले बन्ने बिल्कुल नहीं आ रहा। अपने ते टका के महाराज कह रहे हैं गुरु नानक देव सच्चे पातशाह। तो उन्होंने तुक पता केड़ी अखीरली बद बख्त हम चो बखील गाफल बेनज़र बेबाक। नानक बगोयद, बगोयद मैंने हुंदा कहना। नानक बगोयद जन तुरा तेरे सेवकां दा मैं जन हाँ, तेरे दासां दा मैं दास हाँ। नानक बगोयद जन तुरा तेरे चाकरां पा खाक, उन्हां दी मैं चरण दी धूड़ हाँ। जिन्हों बाबा फरीद साहब जी कह रहे हैं कि एक जिहड़ी फरीदा खाक न निंदी है खाकू जेड़ ना कोई। धरती नूं नहीं कह रहे भी धरती की गल करदे मैनूं निंदना नहीं। गल मनुख दी है कि तू इस मिट्टी वर्गा धरती वर्गा जिन्हों दूसरे भागना रूप में भी लै लीए तो सचमुच इस धरती नूं असीं बड़ा विगाड़िया गुरमुखो। इहदा असीं बड़ा नुकसान किया है। आ मैं जरूर बेनती करांगा कि असीं पंजाब की धरती ते देखते हैं कईयां गल्लां च मैं कहना किसान भरा वीर साडे बहुत लोग उन्हां दा साथ भी दिंदे है, पर सारियां गल्लां उन्हां दियां भी ठीक नहीं हुंदियां। कई गल्लां च गलतियां भी ने उन्हां दियां। हुण ये जिद ही करी जानी असीं तां अग लाउणी लाउणी आ। इहदा मतलब है जिन्हें कहा मैं उहदे विरुद्ध जाना ही जाना है। भी ये किड्डी कि सियाणप है, असीं तां अग लाउणी है जी लाउणी। जे कोई रोकण जांदा फड़ के सब अफसर की बेइज्जती कर दिओ गुरमुखो, ये कोई शोभा थोड़ा दिंदी गल। मैं कह रहा चलो अपने भरा वीर ने सारे उत्ते आपां उन्हां नूं समझाइए भी तुसीं भराओ समझण की कोशिश करो। आउण वाली पीढ़ी वास्ते क्यों कंडे बीजदे पए हो। उन धरती नूं साड़ोगे तो मुड़ के जरीलियां चीज़ां पा के उतों पैदावार करके असीं ते खाणी उतों। जिन्हों ये कल माता धरत महत कहा ना महाराज ने, तो मैं कहना उस मां नूं जे असीं पालना ही नहीं, ये भी इनू तो मां ही कहा गया ना जिहड़ी सानूं सब कुछ दे रही है। माता धरत महत कहा ना महाराज ने, ये भी सानूं सब कुछ दे रही है माता धरत महत जिहड़ी है। तो असीं उहदी एक ते अग बाल बाल के उतों सुख भालीए तो किवें मिल जाएगा। हुण जिद करीए भी असीं तां लावांगे जी अग रोक के कोई विखावे, तो लाई जाओ किहड़ा तुहानूं रोकदा है। आने वाले समय च नुकसान तो साडा ही होना है ना। जे मैं दूजा पक्ष भी नाल लै रहा हैं भी जे बाबा फरीद साहब कहते उन्होंने दुनियावी तौर पर भी वरत के वेख लो शब्द नूं कि जिस धरती की संभाल करांगे, ये पानी की संभाल कर लांगे, इनू अग लाउण तो बचा लांगे, तां भी साडा ही भला होना। असीं वसना ना इस धरती उत्ते, जिस धरती ते रहना वसना उस धरती का सानू भला लोचना चाहिए। खैर जिहड़े शब्दां की व्याख्या है वो मनुख के जीवन की गल बाबा फरीद साहब कर रहे हैं कि हे भाई तू पए ते बनी हुई दब वर्गा हो जा। जिहदा मतलब ये हो गया कि बाबा फरीद साहब जी कहते वो दब जिहड़ी है ना जदों उहदे तो सारा लोग लंघते जाते हैं, गड्डे लंघते जाते हैं, वो बड़ी नरम हो गई, उहदियां सफ़ा बन के फिर
ਧਰਮ ਸਥਾਨਾਂ ਤੇ ਵਿਛਾਉਣ ਦੇ ਯੋਗ ਬਣ ਗਈ। ਇਸ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਹਜ਼ੂਰੀ ਵਿੱਚ ਜਿੰਨਾ ਪ੍ਰਵਾਨ ਹੋਣਾ ਹੈ, ਉਹ ਆਪਾ ਭਾਵ ਮਟਾ ਕੇ ਹੀ ਉਹਦੇ ਦਰ ਤੇ ਪ੍ਰਵਾਨ ਹੋਇਆ ਜਾ ਸਕਦਾ ਹੈ। ਪਰ ਮਹਾਰਾਜ ਨੇ ਨਾਲ ਹੀ ਵੀ ਕਹਿ ਦਿੱਤਾ ਵੀ ਕਪਟ ਵਾਲੀ ਉਹ ਤੇਰੀ ਨਿਮਰਤਾ ਨਾ ਹੋਵੇ, ਛਲ ਕਪਟ ਵਾਲੀ ਨਹੀਂ, ਤੂੰ ਸੱਚਮੁੱਚ ਹੀ ਝੁਕਿਆ ਹੋਇਆ ਹੋਵੇਂ। ਇਹ ਨਹੀਂ ਕਿ ਬਾਹਰੋਂ ਸ਼ਬਦ ਵਰਤੇ ਤੇ ਅੰਦਰ ਉਸੇ ਤਰ੍ਹਾਂ ਕਪਟ ਲੈ ਕੇ ਬੈਠਾ ਰਵੇ, ਉਹਨੂੰ ਨਹੀਂ ਮਹਾਰਾਜ ਨੇ ਪ੍ਰਵਾਨ ਕੀਤਾ। ਅੱਜ ਦੇ ਜਿਹੜੇ 16 ਤੇ 17 ਨੰਬਰ ਸ਼ਲੋਕ ਨੇ, ਉਹਨੂੰ ਬਾਬਾ ਫਰੀਦ ਸਾਹਿਬ ਕਹਿ ਰਹੇ ਨੇ ਕਿ ਫਰੀਦਾ ਥੀਓ ਪਵਾਹੀ ਦੱਬ ਜੇ ਸਾਈਂ ਲੋੜੈ ਸਭ, ਜੇ ਤੂੰ ਸਭ ਦੇ ਵਿੱਚ ਸਾਈਂ ਮਾਲਕ ਨੂੰ ਚਾਹੁੰਦਾ ਹੈ ਤਾਂ ਪਏ ਉੱਤੇ ਬਣੀ ਹੋਈ ਦੱਬ ਵਰਗਾ ਬਣ ਜਾ। ਇੱਕ ਛਿੱਝੇ ਬਿਆਹ ਲਤਾੜੀ, ਇੱਕ ਲਿਆਉਂਦੇ ਨੇ ਕੱਟ ਕੇ ਸੁੱਟ ਦਿੰਦੇ ਐ, ਤੇ ਤਾਂ ਸਾਈਂ ਦੇ ਦਰ ਵਾੜੀਏ। ਉਹ ਸਾਈਂ ਦੇ ਦਰ ਉੱਤੇ ਪ੍ਰਵਾਨ ਹੋ ਜਾਣਗੇ ਜਿਨ੍ਹਾਂ ਨੇ ਆਪਣੇ ਆਪ ਨੂੰ ਇਸ ਤਰ੍ਹਾਂ ਦੱਬ ਵਰਗਾ ਬਣਾ ਲਿਆ। 17 ਨੰਬਰ ਸ਼ਲੋਕ ਸੀ ਵੀ ਫਰੀਦਾ ਖਾਕ ਨਾ ਨਿੰਦੀਐ, ਉਹ ਰੱਬ ਦੇ ਪਿਆਰੇ ਗੁਰੂ ਪਰਮੇਸ਼ਰ ਨੂੰ ਕਦੇ ਬੁਰਾ ਭਲਾ ਨਿੰਦਿਆ ਨਾ ਕਰੋ। ਫਰੀਦਾ ਖਾਕ ਨਾ ਨਿੰਦੀਐ, ਖਾਕੂ ਜੇੜ ਨਾ ਕੋਏ, ਉਹਨਾਂ ਵਰਗਾ ਕੌਣ ਹੋ ਸਕਦਾ ਹੈ? ਗੁਰੂ ਵਰਗਾ, ਪਰਮੇਸ਼ਰ ਵਰਗਾ, ਭਗਤਾਂ ਵਰਗਾ ਕਿੰਨੇ ਹੋ ਜਾਣਾ ਹੈ? ਜੀਵਦਿਆਂ ਪੈਰਾਂ ਤਲੇ ਉਹ ਜਦੋਂ ਜਿਉਂਦੇ ਨੇ ਉਦੋਂ ਸਭ ਦੇ ਚਰਨ ਦੀ ਧੂੜ ਬਣ ਜਾਂਦੇ ਨੇ, ਮੋਇਆਂ ਉੱਪਰ ਹੋਏ। ਇਹਦੇ ਜੇ ਭਾਵ ਅਰਥ ਹੋਰ ਵੀ ਕਰ ਲਓ ਤੇ ਜਦੋਂ ਆਪਾ ਭਾਵ ਨਾ ਮਟਾ ਲਿਆ ਸਭ ਤੋਂ ਉੱਚੇ ਹੋ ਗਏ। ਇਹਨੂੰ ਇਸ ਤਰ੍ਹਾਂ ਵੀ ਲੈ ਸਕਦੇ ਹੋ, ਜਦੋਂ ਆਪਾ ਭਾਵ ਮਟਾ ਗਏ ਹੋ ਤੇ ਸਭ ਤੋਂ ਉੱਚੇ ਬਣ ਗਏ। ਜਿਹੜੇ ਭਗਤ ਸਹਿਬਾਨ ਸਨ ਉਹ ਕਿਸੇ ਵੀ ਜਾਤ ਕੁਲ ਧਰਮ ਮਜ਼ਹਬ ਵਿੱਚ ਸੀ, ਜਦੋਂ ਜਿਉਂਦੇ ਸੀ ਲੋਕਾਂ ਨੇ ਬਹੁਤ ਕੁਝ ਕਿਹਾ, ਪਰ ਜਦੋਂ ਇਉਂ ਕਹਿ ਲਓ ਉਹਨਾਂ ਦੀ ਅਵਸਥਾ ਉੱਚੀ ਬਣ ਗਈ। ਉੱਚੇ ਹੋਏ ਦਾ ਮਤਲਬ ਹੈ ਜਿਹੜਾ ਦੂਸਰਾ ਸ਼ਲੋਕ ਹੈ ਨਾ ਕਿ ਫਰੀਦਾ ਖਾਕ ਨਾ ਨਿੰਦੀਏ, ਖਾਕੂ ਜੇੜ ਨਾ ਕੋਈ, ਜੀਵਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ ਦਾ ਜਿਹੜਾ ਅਸੀਂ ਭਾਵ ਅਰਥ ਲਵਾਂਗੇ ਨਾ, ਇਹਦਾ ਮਤਲਬ ਹੋ ਗਿਆ ਆਪਾ ਭਾਵ ਮਟਾ ਕੇ ਰੱਬ ਦੇ ਵਿੱਚ ਅਭੇਦ ਹੋ ਗਏ। ਇੰਨੇ ਉੱਚੇ ਚਲੇ ਗਏ ਹੋ। ਉੱਚੇ ਦਾ ਮਤਲਬ ਅਸਮਾਨ 'ਚ ਜਾਣਾ ਨਹੀਂ, ਉੱਚੇ ਦਾ ਮਤਲਬ ਅਵਸਥਾ ਇੰਨੀ ਉੱਚੀ ਬਣ ਗਈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਨਾਂ ਦੇ, ਭਾਵੇਂ ਸਰੀਰਕ ਤੌਰ ਤੇ ਉਹ ਨਹੀਂ ਸਨ, ਪਰ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਉੱਚੇ ਹੋਇਆਂ ਦੇ ਬੋਲ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਦੇ ਦਿੱਤੀ। ਇੰਨੇ ਉੱਚੇ ਹੋ ਗਏ ਉਹ। ਉਹਨਾਂ ਦੀ ਥਾਂ, ਸ਼ਬਦਾਂ ਦੀ ਥਾਂ ਗੁਰੂ ਅਰਜਨ ਦੇਵ ਜੀ ਨੇ ਆਪਣੇ ਬਰਾਬਰ ਲੈ ਲਈ, ਆਪਣੇ ਬਰਾਬਰ ਬਿਠਾ ਦਿੱਤਾ ਉਹਨਾਂ ਨੂੰ। ਇੱਕ ਬਚਨ ਕਹਿ ਕੇ ਮੈਂ ਸਮਾਪਤੀ ਕਰਨ ਲੱਗਿਆ, ਮੇਰੇ ਸਾਹਮਣੇ ਆ ਗਿਆ, ਕਿਉਂਕਿ ਸ਼ਬਦ ਦੀ ਅਸੀਂ ਵਿਆਖਿਆ ਸੰਪੂਰਨ ਕਰ ਰਹੇ ਹਾਂ। ਭਗਤ ਕਬੀਰ ਸਾਹਿਬ ਜੀ ਦਾ ਬਚਨ ਹੈ, ਔਰ ਇਹ ਉਦਾਹਰਨ ਦਿੱਤੀ ਹੈ ਕਿ ਕਹਿੰਦੇ ਜਦੋਂ ਕ੍ਰਿਸ਼ਨ ਜਾਂਦਾ ਹੈ ਉਹ ਦੁਰਯੋਧਨ ਦੇ ਘਰੇ ਨਹੀਂ ਜਾਂਦਾ। ਮੈਂ ਹੁਣ ਗੱਲ ਕਰ ਰਿਹਾ ਵੀ ਉੱਚਿਆਂ ਦਾ ਭਾਵ ਕੀ ਹੈ। ਉਹ ਦੁਰਯੋਧਨ ਦੇ ਘਰੇ ਨਹੀਂ ਜਾਂਦਾ, ਬਿਦਰ ਦੇ ਘਰੇ ਚਲਿਆ ਗਿਆ। ਕ੍ਰਿਸ਼ਨ ਜੀ ਉਹਦੇ ਘਰੇ ਚਲੇ ਗਏ, ਦੁਰਯੋਧਨ ਨੂੰ ਗੁੱਸਾ ਆਇਆ। ਉਹਨੇ ਕਿਹਾ ਗੁੱਸੇ ਵਿੱਚ ਵੀ ਉਸ ਦੇ ਘਰੋਂ ਤੁਹਾਨੂੰ ਕੀ ਮਿਲਣਾ ਸੀ ਜਿਹਦੇ ਘਰੇ ਤੁਸੀਂ ਚਲੇ ਗਏ? ਉਹਦੇ ਘਰੇ ਨਾ ਰੋਟੀ ਕੋਈ ਚੱਜ ਸਵਾਦ ਦੀ, ਨਾ ਰਹਿਣ ਨੂੰ ਉਹਦੇ ਘਰੇ ਕੋਈ ਲੀੜਾ ਕੱਪੜਾ, ਮੰਜਾ ਬਿਸਤਰਾ। ਮੇਰੇ ਘਰੇ ਤਾਂ ਇੰਨਾ ਕੁਝ ਸੀ। ਇਹ ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ, ਕਬੀਰ ਸਾਹਿਬ ਜੀ ਦਾ। ਕਹਿੰਦੇ ਨੇ ਕਿ ਜਦੋਂ ਇਹ ਸ਼ਬਦ ਕਹੇ ਕਿ ਤੂੰ ਉਹਨਾਂ ਦੇ ਘਰੇ ਕੀ ਲੈਣ ਵਾਸਤੇ ਗਏ ਹੋ, ਮੇਰੇ ਘਰੇ ਕਿਉਂ ਨਹੀਂ ਆਏ ਜਿੱਥੋਂ ਸਭ ਕੁਝ ਮਿਲਣਾ ਸੀ? ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਫਿਰ ਅਸਲ 'ਚ ਕਾਰਨ ਕੀ ਸੀ ਉਧਰ ਜਾਣ ਦਾ? ਉਹ ਸ਼ਬਦ ਵਿੱਚ ਕਿਹਾ ਉਹਨਾਂ ਨੇ, ਕਹਿੰਦੇ ਰਾਜਨ ਕੌਣ ਤੁਮਾਰਾ ਆਵੇ? ਹੇ ਭਾਈ ਦੁਰਯੋਧਨ, ਤੇਰੇ ਘਰੇ ਕਿੰਨੇ ਆਉਣਾ ਸੀ? ਤੂੰ ਖਾਕ ਨਹੀਂ ਬਣਿਆ, ਤੂੰ ਦੱਬ ਨਹੀਂ ਬਣਿਆ। ਰਾਜਨ ਕੌਣ ਤੁਮਾਰਾ ਆਵੇ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਏ ਭਾਵ ਹੈ। ਉਹਦੀ ਜਿਹੜੀ ਭਾਵਨਾ ਖਾਕ ਮਿੱਟੀ ਦੀ ਤਰ੍ਹਾਂ ਅੰਦਰ ਦੀ ਅਵਸਥਾ ਸੀ, ਉਹ ਗਰੀਬ ਮੈਨੂੰ ਚੰਗਾ ਲੱਗਿਆ। ਰਾਜਨ ਕੌਣ ਤੁਮਾਰਾ ਆਵੇ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਏ ਭਾਵ ਹੈ। ਹਸਤੀ ਦੇਖ ਭਰਮ ਤੇ ਭੂਲਾ, ਸ਼੍ਰੀ ਭਗਵਾਨ ਨਾ ਜਾਣਿਆ। ਤੇਰੇ ਘਰ ਵਿੱਚ ਘੋੜੇ ਸੀ, ਹਾਥੀ ਸੀ, ਤੇਰੇ ਕੋਲੇ ਪੈਸਾ ਟਕਾ ਸੀ, ਜ਼ਮੀਨ ਜਾਇਦਾਦ ਸੀ, ਤੂੰ ਰਾਜ ਭਾਗ ਮਾਣਦਾ ਸੀ, ਤੈਨੂੰ ਇਸੇ ਦਾ ਹੀ ਇੰਨਾ ਹੰਕਾਰ ਸੀ, ਅਸੀਂ ਤਾਂ ਨਹੀਂ ਤੇਰੇ ਕੋਲੇ ਆਏ। ਹਸਤੀ ਦੇਖ ਭਰਮ ਤੇ ਭੂਲਾ, ਸ਼੍ਰੀ ਭਗਵਾਨ ਨਾ ਜਾਣਿਆ। ਕਹਿਣ ਲੱਗੇ ਉਹਨੇ ਤੇ ਤੂੰ ਭਗਵਾਨ ਪਰਮਾਤਮਾ ਨੂੰ ਜਾਣਿਆ ਹੀ ਨਹੀਂ। ਹਸਤੀ ਦੇਖ ਭਰਮ ਤੇ ਭੂਲਾ, ਸ਼੍ਰੀ ਭਗਵਾਨ ਨਾ ਜਾਣਿਆ। ਤੁਮਰੋ ਦੂਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ। ਖੀਰ ਸਮਾਨ ਸਾਗ ਮੈਂ ਪਾਇਆ। ਤੇਰੇ ਘਰ ਵਿੱਚ ਖੀਰ ਪੂੜੀਆਂ ਹੋਣਗੀਆਂ, ਉਹਦੇ ਘਰ ਵਿੱਚ ਮੈਨੂੰ ਅਲੂਣਾ ਸਾਗ ਹੀ ਮਿਲ ਗਿਆ। ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੀ। ਕਬੀਰ ਕੋ ਠਾਕਰ ਆਨੰਦ ਬਿਨੋਦੀ, ਜਾਤ ਨਾ ਕਾਹੂ ਕੀ ਮਾਨੀ। ਕਬੀਰ ਸਾਹਿਬ ਦਾ ਮਾਲਕ ਠਾਕੁਰ ਉਹ ਹੈ ਜਿਹੜਾ ਜਾਤਾਂ ਪਾਤਾਂ ਨੂੰ ਨਹੀਂ ਵੇਖਦਾ, ਉਹ ਅੰਦਰ ਦੀ ਅਵਸਥਾ ਨੂੰ ਦੇਖਦਾ। ਜਿਹਨੂੰ ਗੁਰੂ ਨਾਨਕ ਸਾਹਿਬ ਨੇ ਜਦੋਂ ਭਾਈ ਲਾਲੋ ਦੇ ਘਰੇ ਗਏ, ਐਮਨਾਬਾਦ ਜਾ ਕੇ ਗੱਲ ਕਹੀ ਸੀ, ਲਾਲੋ ਉਹਦੇ ਦਰਵਾਜ਼ੇ ਨੂੰ ਖੜਕਾ ਕੇ ਕਿਹਾ ਸੀ ਮੈਂ ਤੇਰੇ ਘਰ ਰੋਟੀ ਖਾਣ ਆਇਆ, ਤੇ ਮਲਕ ਭਾਗੋਂ ਆਵਾਜ਼ਾਂ ਮਾਰਦਾ ਸੀ, ਕਹਿੰਦਾ ਮੇਰੇ ਘਰੇ ਆ ਕੇ ਖਾਓ।
मैं कह रहा ਜਿਹੜੇ ਸ਼ਲੋਕ ਅਸੀਂ ਦੋ ਵਿਚਾਰੇ ਨੇ ਨਾ, ਉਹ ਦੋ ਸ਼ਲੋਕ ਇਹ ਕਹਿ ਰਹੇ ਨੇ ਕਿ ਕੋਈ ਕਹਿ ਸਕਦਾ ਵੀ ਇਹਨਾਂ ਦੀ ਵਿਆਖਿਆ ਕਿੰਨਾ ਕੀਤੀ ਪਈ ਸ਼ਲੋਕਾਂ ਦੀ। ਉਹ ਸ਼ਲੋਕਾਂ ਦੀ ਵਿਆਖਿਆ ਇਹਨਾਂ ਗੁਰਸਿੱਖਾਂ ਨੇ ਕੀਤੀ ਹੈ, ਜਿਹੜੇ ਭਾਈ ਲਾਲੋ ਵਰਗੇ ਸਨ, ਜਿਨ੍ਹਾਂ ਨੇ ਸੱਚਮੁੱਚ ਗੁਰੂ ਨਾਨਕ, ਹੁਣ ਵੇਖੋ ਗੁਰੂ ਨਾਨਕ ਸਾਹਿਬ ਨੂੰ ਵੇਖਿਆ ਵੀ ਨਹੀਂ, ਸੱਦਾ ਵੀ ਕੋਈ ਨਹੀਂ ਘੱਲਿਆ ਮਹਾਰਾਜ ਨੂੰ। ਭਾਈ ਲਾਲੋ ਨੇ ਸਿਨੇਹਾ ਥੋੜਾ ਭੇਜਿਆ ਸੀ ਮੇਰੇ ਘਰੇ ਆਓ, ਇੱਕ ਸਿਨੇ ਭੇਜਦਾ ਉਧਰ ਜਾਂਦੇ ਨਹੀਂ, ਤੇ ਜਿੰਨੇ ਸਿਨੇਹਾ ਨਹੀਂ ਭੇਜਿਆ ਉਹਦੇ ਘਰੇ ਜਾ ਕੇ ਕਹਿੰਦੇ ਰੋਟੀ ਖਾਣੀ ਹੈ। ਇਹਦਾ ਮਤਲਬ ਜਿਹੜੇ ਇੰਨੇ ਨੀਵੇਂ ਹੋ ਗਏ, ਉਹ ਗੁਰੂ ਨੇ ਇੰਨੇ ਉੱਚੇ ਚੁੱਕ ਦਿੱਤੇ, ਉਹਦੇ ਘਰੇ ਬਹਿ ਕੇ 7 ਵਾਰੀ ਉਹਦਾ ਨਾਂ ਲਿਆ। ਜੀਵਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ, ਇਹਦੇ ਭਾਵ ਅਰਥ ਇਉਂ ਲੈ ਸਕਦੇ ਅਸੀਂ, ਜਿਉਂਦੇ ਜੀ ਆਪਾਂ ਭਾਵ ਮਟਾਉਣ ਵਾਲਿਆਂ ਨੂੰ ਗੁਰੂ ਨੇ ਇੰਨਾ ਉੱਚਾ ਚੁੱਕਿਆ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ 7 ਵਾਰੀ ਉਹਦਾ ਨਾਂ ਲੈ ਕੇ ਕਿਹਾ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ, ਗਿਆਨ ਮੇ ਲਾਲੋ ਪਾਪ ਕੀ ਜੰਜ ਲੈ ਕਾਬਲੋ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ, ਸ਼ਰਮ ਧਰਮ ਦੋਇ ਛਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਮੈਂ ਕਹਿ ਰਿਹਾ ਜਿਨ੍ਹਾਂ ਨੇ ਆਪ ਮਟਾ ਲਿਆ, ਗੁਰੂ ਨੇ ਇੰਨਾ ਉੱਚਾ ਚੁੱਕ ਕੇ ਉਹਨਾਂ ਨੂੰ 7 ਵਾਰੀ ਬਾਣੀ 'ਚ ਨਾਂ ਦੇ ਕੇ ਉਹਨਾਂ ਨੂੰ ਕੋਲ ਨਾਲ ਬਿਠਾ ਲਿਆ। ਜਿਹੜੇ ਸ਼ਲੋਕ ਬਾਬਾ ਫਰੀਦ ਸਾਹਿਬ ਦੇ ਨੇ ਨਾ ਅੱਜ, ਇਹ ਬੜੀ ਗੁਰਮੁਖੋ ਵਿਆਖਿਆ। ਇਹ ਬਾਹਰੋਂ ਤੇ ਇਉਂ ਲੱਗਦਾ ਵੀ ਗੱਲ ਤਾਂ ਇੰਨੀ ਦੱਬ ਬਣ ਜਾ, ਖਾਕ ਨਾ ਨਿੰਦੀਏ, ਨਹੀਂ, ਉਹਦੇ ਗਹਿਰੇ ਅਰਥ ਬਹੁਤ ਨੇ। ਮਨੁੱਖ ਨੂੰ ਕਹਿ ਰਹੇ ਨੇ ਕਿ ਕਪਟੀ ਨਿਮਰਤਾ ਨਾ ਤੇਰੇ 'ਚ ਹੋਵੇ, ਕਪਟ ਪੁਣਾ ਨਾ ਹੋਵੇ, ਸਿਰਫ ਆਪਣੇ ਮਤਲਬ ਵਾਸਤੇ ਨਾ ਝੁਕਦਾ ਹੋਵੇਂ, ਵੀ ਜਦੋਂ ਲੋੜ ਹੈ ਤਾਂ ਝੁਕ ਗਿਆ ਜੀ, ਹਾਂਜੀ ਹਾਂਜੀ, ਤੇ ਜਦੋਂ ਮਤਲਬ ਨਿਕਲ ਗਿਆ ਮੁੜ ਕੇ ਕੌਣ ਤੂੰ ਤੇ ਕੌਣ ਮੈਂ। ਇਹ ਸ਼ਲੋਕ ਨਹੀਂ ਕਹਿ ਰਹੇ ਬਾਬਾ ਫਰੀਦ ਸਾਹਿਬ ਦੇ। ਉੱਚਾ ਉਹਨਾਂ ਨੂੰ ਚੁੱਕਿਆ ਜਿਨ੍ਹਾਂ ਸੱਚਮੁੱਚ ਆਪਣੇ ਆਪ ਨੂੰ ਮਾਰ ਲਿਆ, ਤੇ ਮਾਰ ਕਹਿੰਦੇ ਇੰਨਾ ਉੱਚਾ ਚੁੱਕ ਦਿੱਤਾ ਹੈ। ਗੁਰੂ ਨੇ ਵੇਖਿਆ, ਭਾਵੇਂ ਕੋਈ ਜੋੜੇ ਗੰਢਦਾ ਸੀ, ਭਾਵੇਂ ਕੋਈ ਕੱਪੜੇ ਸੀਂਦਾ ਸੀ, ਭਾਵੇਂ ਗੁਰਮੁਖੋ ਕੋਈ ਮਾਸ ਦਾ ਕੰਮ ਕਰਦਾ ਸੀ ਸਦਨੇ ਵਰਗਾ, ਮਹਾਰਾਜ ਨੇ ਇਹ ਤਾਂ ਨਹੀਂ ਦੇਖਿਆ ਉਹਨਾਂ ਨੂੰ। ਮਹਾਰਾਜ ਨੇ ਦੇਖਿਆ ਵੀ ਇਹਨਾਂ ਨੂੰ ਜਿਉਂਦੇ ਜੀ ਆਪਾਂ ਮਟਾ ਕੇ ਜਦੋਂ ਆਪਾਂ ਭਾਵ ਮਾਰ ਲਿਆ, ਤੇ ਗੁਰੂ ਨੇ ਕੋਲ ਬਿਠਾ ਕੇ ਉਹਨਾਂ ਦੀ ਬਾਣੀ ਦਰਜ ਕਰ ਲਈ, ਜਿਹੜੇ ਕੋਲ ਵੀ ਨਹੀਂ ਗੁਰੂ ਮਹਾਰਾਜ ਦੇ। ਇਹ ਸ਼ਲੋਕ ਕਹਿ ਰਹੇ ਨੇ ਬਾਬਾ ਫਰੀਦ ਸਾਹਿਬ ਦੇ। ਸਤਿਗੁਰੂ ਕਿਰਪਾ ਕਰਨ, ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਇਹਨਾਂ ਸ਼ਬਦਾਂ ਦੀ ਸਾਨੂੰ ਸੋਝੀ ਆ ਜਾਏ, ਮਤ ਬੁੱਧ ਮਿਲ ਜਾਏ, ਤਾਂ ਕਿ ਅਸੀਂ ਸਤਿਗੁਰੂ ਮਹਾਰਾਜ ਜੀ ਦੇ ਕਹੇ ਹੋਏ ਬਚਨਾਂ ਨੂੰ ਆਪਣੇ ਜੀਵਨ ਵਿੱਚ ਕਮਾ ਸਕੀਏ। ਮੇਰੇ ਕੋਲੋਂ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਟੁੱਟਾਂ ਹੋ ਗਈਆਂ। ਸਤਿਗੁਰੂ ਜੀ ਤੇ ਸਾਧ ਸੰਗਤ ਬਖਸ਼ਣਯੋਗ ਹੈ। ਇੱਕ ਵਾਰ ਮੈਂ ਫਿਰ ਦੁਹਰਾਉਣ ਲੱਗਿਆ ਕਿ ਫਰੀਦਾ ਥੀਓ ਪਵਾਹੀ ਦੱਬ ਜੇ ਸਾਈਂ ਲੋੜੈ, ਸਭ ਇੱਕ ਛਿਜੈ ਬਿਆ ਲਤਾੜੀਏ ਤਾਂ ਸਾਈਂ ਦੇ ਦਰ ਵਾੜੀਏ। ਫਰੀਦਾ ਖਾਕ ਨੰਦੀਏ ਖਾਕੂ ਜੇੜ ਨਾ ਕੋਏ, ਜੀਵਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ। ਜਿਨ੍ਹਾਂ ਨੇ ਇਸ ਤਰ੍ਹਾਂ ਦਾ ਜੀਵਨ ਬਣਾ ਲਿਆ, ਸਤਿਗੁਰੂ ਦੇ ਦਰ ਉੱਤੇ ਪ੍ਰਵਾਨ ਹੁੰਦੇ ਨੇ। ਸਾਧ ਸੰਗਤ 'ਚ ਵਿਚਾਰ ਕਰਦਿਆਂ ਮੇਰੇ ਕੋਲੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੁੱਟਾਂ ਹੋ ਗਈਆਂ। ਸਤਿਗੁਰੂ ਤੇ ਸਾਧ ਸੰਗਤ ਬਖਸ਼ਣਯੋਗ ਹੈ। ਭੁੱਲ ਚੁੱਕ ਦੀ ਖਿਮਾ ਦਿੰਦੇ ਹੋਏ ਪਿਆਰ ਸਹਿਤ ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।